ਅਗਲਾ ਲੇਖ ਹੈ ਰਹੱਸ ਦਾ ਉਪਯੋਗ ਕਿਵੇਂ। ਤੁਸੀਂ ਸਿਰਜਣਹਾਰ ਹੋ। ਆਕਰਸ਼ਣ ਦੇ ਨਿਯਮ ਦੁਆਰਾ ਜੀਵਨ ਦਾ ਸਿਰਜਣਾ ਕਰਨ ਦੀ ਪ੍ਰਕਿਰਿਆ ਸੌਖੀ ਹੈ। ਮਹਾਨਤਮ ਉਪਦੇਸ਼ਕਾਂ ਤੇ ਅਵਤਾਰਾਂ ਨੇ ਆਪਣੇ ਅਦਭੁਤ ਕਾਰਜਾਂ ਰਾਹੀਂ ਅਸੰਖ ਤਰੀਕਿਆਂ ਨਾਲ ਸਾਨੂੰ ਇਹ ਰਚਨਾਤਮਕ ਪ੍ਰਕਿਰਿਆ ਦੱਸੀਆਂ ਹਨ। ਕੁਝ ਮਹਾਨ ਉਪਦੇਸ਼ਕਾਂ ਨੇ ਨੀਤੀ ਕਥਾਵਾਂ ਰਾਹੀਂ ਸਾਨੂੰ ਬ੍ਰਹਿਮੰਡ ਦੇ ਕੰਮ ਕਰਨ ਦਾ ਤਰੀਕਾ ਦੱਸਿਆ। ਉਹਨਾਂ ਦੀਆਂ ਕਹਾਣੀਆਂ ਦੀ ਬੁੱਧੀਮਤਾ ਸਦੀਆਂ ਤੋਂ ਸਾਡੇ ਵਿਚਕਾਰ ਮੌਜੂਦ ਹੈ ਤੇ ਅਖਾਣ ਬਣ ਚੁੱਕੀਆਂ ਹਨ। ਵਰਤਮਾਨ ਯੁੱਗ ਦੇ ਕਈ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਇਹਨਾਂ ਕਹਾਣੀਆਂ 'ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ। ਜੇਮਸ ਰੇ ਅਨੁਸਾਰ ਅਲਾਦੀਨ ਤੇ ਉਹਦੇ ਚਿਰਾਗ ਦੀ ਕਹਾਣੀ ਬਾਰੇ ਸੋਚੋ। ਜਦੋਂ ਅਲਾਦੀਨ ਚਿਰਾਗ ਚੁੱਕਦਾ ਹੈ ਤੇ ਉਹਦੀ ਧੂੜ ਸਾਫ਼ ਕਰਦਾ ਹੈ ਤਾਂ ਜਿੰਨ ਫੌਰਨ ਬਾਹਰ ਨਿਕਲ ਆਉਂਦਾ ਹੈ। ਜਿੰਨ ਹਮੇਸ਼ਾ ਇਹੋ ਹੀ ਗੱਲ ਕਹਿੰਦਾ ਹੈ, ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ। ਕਹਾਣੀ 'ਚ ਕਿਹਾ ਗਿਆ ਕਿ ਜਿੰਨ 3 ਇੱਛਾਵਾਂ ਪੂਰੀਆਂ ਕਰਦਾ ਹੈ, ਲੇਕਿਨ ਜੇਕਰ ਤੁਸੀਂ ਕਹਾਣੀ ਦੀ ਤਹਿ ਤੱਕ ਜਾਓਗੇ ਤਾਂ ਇਹਦੀ ਕੋਈ ਸੀਮਾ ਨਹੀਂ ਹੈ। ਤੁਸੀਂ ਜਿੰਨੀਆਂ ਵੀ ਇੱਛਾਵਾਂ ਕਰੋਗੇ ਉਹ ਸਾਰੀਆਂ ਪੂਰੀਆਂ ਹੋਣਗੀਆਂ। ਇੱਕ ਇੱਛਾ ਬਾਰੇ ਸੋਚੋ। ਹੁਣ ਇਹਦੀ ਉਪਮਾ ਨੂੰ ਆਪਣੇ ਜੀਵਨ ਤੇ ਲਾਗੂ ਕਰੋ। ਯਾਦ ਰੱਖੋ, ਅਲਾਦੀਨ ਨੂੰ ਆਪਣੀ ਮਨਚਾਹੀ ਚੀਜ਼ ਮੰਗਣੀ ਹੁੰਦੀ ਹੈ। ਫਿਰ ਬ੍ਰਹਿਮੰਡ ਜਿੰਨ ਬਣ ਜਾਂਦਾ ਹੈ। ਵਿਭਿੰਨ ਪਰੰਪਰਾਵਾਂ ਨੇ ਇਹਦੇ ਵੱਖਰੇ ਵੱਖਰੇ ਨਾਂ ਦਿੱਤੇ ਹਨ। ਤੁਹਾਡਾ ਰੱਖਿਅਕ, ਦੇਵਦੂਤ, ਤੁਹਾਡਾ ਉਚੇਰਾ ਆਪਾ। ਅਸੀਂ ਇਸ ਤੇ ਕੋਈ ਵੀ ਲੇਬਲ ਲਾ ਸਕਦੇ ਹਾਂ ਤੇ ਆਪਣੇ ਲਈ ਸਭ ਤੋਂ ਵਧੀਆ ਕੰਮ ਕਰਨ ਵਾਲੇ ਲੇਬਲ ਨੂੰ ਚੁਣ ਸਕਦੇ ਹਾਂ। ਲੇਕਿਨ ਹਰ ਪਰੰਪਰਾ ਨੇ ਸਾਨੂੰ ਦੱਸਿਆ ਕਿ ਕੋਈ ਚੀਜ਼ ਹੈ ਜਿਹੜੀ ਸਾਡੇ ਤੋਂ ਬਹੁਤ ਜ਼ਿਆਦਾ ਵੱਡੀ ਹੈ ਤੇ ਜਿੰਨ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਹੈ, ਤੁਹਾਡੀ ਇੱਛਾ ਮੇਰੇ ਲਈ ਆਦੇਸ਼ ਹਨ। ਇਹ ਅਦਭੁਤ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਤੁਸੀਂ ਵੀ ਆਪਣੀ ਪੂਰੀ ਜ਼ਿੰਦਗੀ ਤੇ ਤੁਹਾਡੇ ਕੋਲ ਮੌਜੂਦ ਹਰ ਚੀਜ਼ ਨੂੰ ਆਪ ਬਣਾਇਆ ਹੈ। ਜਿੰਨ ਨੇ ਤਾਂ ਸਿਰਫ ਤੁਹਾਡੇ ਹਰ ਆਦੇਸ਼ ਦੀ ਪਾਲਣਾ ਕੀਤੀ ਹੈ। ਜਿੰਨ ਆਕਰਸ਼ਣ ਦਾ ਨਿਯਮ ਹੈ ਤੇ ਹਮੇਸ਼ਾ ਮੌਜੂਦ ਹੈ। ਤੁਸੀਂ ਜੋ ਕੁਝ ਵੀ ਸੋਚਦੇ, ਬੋਲਦੇ ਤੇ ਕਰਦੇ ਹੋ ਉਹਨੂੰ ਇਹ ਜਿੰਨ ਹਮੇਸ਼ਾ ਸੁਣ ਰਿਹਾ। ਜਿੰਨ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ਼ ਬਾਰੇ ਸੋਚਦੇ ਹੋ ਉਹਨੂੰ ਪਾਉਣਾ ਚਾਹੁੰਦੇ ਹੋ। ਇਹ ਮੰਨ ਲੈਂਦਾ ਕਿ ਤੁਸੀਂ ਜਿਸ ਵੀ ਚੀਜ਼ ਬਾਰੇ ਬੋਲਦੇ ਹੋ ਉਹਨੂੰ ਪਾਉਣਾ ਚਾਹੁੰਦੇ ਹੋ। ਇਹ ਮੰਨ ਲੈਂਦਾ ਤੁਸੀਂ ਜਿਸ ਚੀਜ਼ 'ਤੇ ਕੰਮ ਕਰਦੇ ਹੋ ਉਹਨੂੰ ਪਾਉਣਾ ਚਾਹੁੰਦੇ ਹੋ। ਤੁਸੀਂ ਬ੍ਰਹਿਮੰਡ ਦੇ ਮਾਲਕ ਹੋ ਤੇ ਜਿੰਨ ਇੱਥੇ ਤੁਹਾਡੀ ਸੇਵਾ ਲਈ ਮੌਜੂਦ ਹੈ। ਜਿੰਨ ਕਦੀ ਤੁਹਾਡੇ ਆਦੇਸ਼ਾਂ 'ਤੇ ਸਵਾਲ ਨਹੀਂ ਕਰਦਾ। ਤੁਹਾਡੇ ਮਨ 'ਚ ਜਿਵੇਂ ਹੀ ਵਿਚਾਰ ਆਉਂਦੇ ਹਨ, ਜਿੰਨ ਵਿਅਕਤੀਆਂ, ਹਾਲਾਤਾਂ ਤੇ ਘਟਨਾਵਾਂ ਰਾਹੀਂ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਬ੍ਰਹਿਮੰਡ ਨੂੰ ਫੌਰਨ ਸਕ੍ਰਿय ਕਰ ਦਿੰਦਾ ਹੈ। ਸਿਰਜਨਾਤਮਕ ਪ੍ਰਕਿਰਿਆ। ਰਹੱਸ ਦੀ ਸਿਰਜਨਾਤਮਕ ਪ੍ਰਕਿਰਿਆ ਬਾਈਬਲ ਦੀ ਦ ਨਿਊ ਟੈਸਟਾਮੈਂਟ ਤੋਂ ਲਈ ਗਈ ਹੈ। ਇਸ ਨਾਲ ਤੁਹਾਨੂੰ ਇਹ ਸੌਖਾ ਮਾਰਗਦਰਸ਼ਨ ਮਿਲਦਾ ਹੈ ਕਿ ਆਪਣੀਆਂ ਮਨਚਾਹੀਆਂ ਚੀਜ਼ਾਂ ਪਾਉਣ ਦੇ 3 ਸੌਖੇ ਕਦਮ ਕਿਹੜੇ ਹਨ। ਪਹਿਲਾ ਕਦਮ, ਮੰਗਾਂ। ਲੀਸਾ ਨਿਕੋਲਸ ਅਨੁਸਾਰ ਪਹਿਲਾ ਕਦਮ ਮੰਗਣਾ ਹੈ। ਬ੍ਰਹਿਮੰਡ ਨੂੰ ਆਦੇਸ਼ ਦਿਓ। ਬ੍ਰਹਿਮੰਡ ਨੂੰ ਦੱਸ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ। ਬ੍ਰਹਿਮੰਡ ਤੁਹਾਡੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ। ਬੌਬ ਪ੍ਰੋਕਟਰ ਅਨੁਸਾਰ ਤੁਸੀਂ ਸੱਚਮੁੱਚ ਕੀ ਚਾਹੁੰਦੇ ਹੋ। ਬੈਠ ਜਾਓ ਤੇ ਉਸ ਚੀਜ਼ ਨੂੰ ਇੱਕ ਕਾਗਜ਼ ਤੇ ਲਿਖ ਲਓ। ਵਰਤਮਾਨ ਕਾਲ 'ਚ ਲਿਖੋ। ਤੁਸੀਂ ਇਹ ਲਿਖ ਕੇ ਸ਼ੁਰੂ ਕਰ ਸਕਦੇ ਹੋ, ਮੈਂ ਇਸ ਵੇਲੇ ਇੰਨਾ ਖੁਸ਼ ਤੇ ਆਭਾਰੀ ਹਾਂ ਕਿਉਂਕਿ, ਤੇ ਫਿਰ ਸਪਸ਼ਟ ਕਰੋ ਕਿ ਤੁਸੀਂ ਆਪਣੇ ਜੀਵਨ ਦੇ ਹਰ ਖੇਤਰ ਨੂੰ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ। ਤੁਹਾਨੂੰ ਚੋਣ ਕਰਨੀ ਹੁੰਦੀ ਹੈ ਤੁਸੀਂ ਕੀ ਚਾਹੁੰਦੇ ਹੋ, ਲੇਕਿਨ ਤੁਹਾਨੂੰ ਇਸ ਬਾਰੇ ਸਪਸ਼ਟ ਹੋਣਾ ਹੋਏਗਾ ਕਿ ਤੁਸੀਂ ਅਸਲ 'ਚ ਕੀ ਚਾਹੁੰਦੇ ਹੋ। ਇਹ ਤੁਹਾਡਾ ਕੰਮ ਹੈ। ਜੇਕਰ ਤੁਸੀਂ ਸਪਸ਼ਟ ਨਹੀਂ ਹੋ ਤਾਂ ਆਕਰਸ਼ਣ ਦਾ ਨਿਯਮ ਤੁਹਾਨੂੰ ਤੁਹਾਡੀ ਮਨਚਾਹੀ ਚੀਜ਼ ਨਹੀਂ ਦੇ ਸਕਦਾ। ਜੇ ਤੁਸੀਂ ਮਿਸ਼ਰਤ ਫ੍ਰੀਕੁਐਂਸੀ ਭੇਜੋਗੇ ਤਾਂ ਤੁਹਾਨੂੰ ਸਿਰਫ ਮਿਸ਼ਰਤ ਨਤੀਜੇ ਮਿਲ ਸਕਦੇ ਆ। ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰ ਇਹ ਪਤਾ ਲਾਓ ਕਿ ਤੁਸੀਂ ਹਕੀਕਤਨ ਕੀ ਚਾਹੁੰਦੇ ਹੋ। ਹੁਣ ਜਦ ਤੁਸੀਂ ਜਾਣ ਚੁੱਕੇ ਹੋ ਕਿ ਤੁਸੀਂ ਕੁਝ ਵੀ ਪਾ ਸਕਦੇ ਹੋ, ਬਣ ਸਕਦੇ ਹੋ ਜਾਂ ਕਰ ਸਕਦੇ ਹੋ ਤੇ ਕੋਈ ਸੀਮਾ ਨਹੀਂ ਹੈ, ਤਾਂ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਮੰਗਣਾ ਸਿਰਜਨਾਤਮਕ ਪ੍ਰਕਿਰਿਆ ਦਾ ਪਹਿਲਾ ਕਦਮ ਹੈ। ਇਸ ਲਈ ਮੰਗਣ ਦੀ ਆਦਤ ਪਾ ਲਓ। ਜੇ ਤੁਹਾਨੂੰ ਵਿਕਲਪ ਚੁਣਨਾ ਹੋਵੇ ਲੇਕਿਨ ਤੁਸੀਂ ਇਹ ਤੈਅ ਨਹੀਂ ਕਰ ਪਾ ਰਹੇ ਹੋ ਕਿ ਕਿਸ ਰਾਹ ਤੇ ਜਾਈਏ ਤਾਂ ਮਾਰਗਦਰਸ਼ਨ ਮੰਗੋ। ਤੁਹਾਨੂੰ ਜ਼ਿੰਦਗੀ ਦੇ ਕਿਸੇ ਵੀ ਖੇਤਰ 'ਚ ਅਸਫਲ ਹੋਣ ਦੀ ਲੋੜ ਨਹੀਂ ਹੈ, ਬਸ ਮੰਗ ਲਓ। ਡਾਕਟਰ ਜੋ ਵਿਟਾਲ ਅਨੁਸਾਰ ਇਹ ਸੱਚਮੁੱਚ ਮਜ਼ੇਦਾਰ ਹੈ। ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਬ੍ਰਹਿਮੰਡ ਤੁਹਾਡਾ ਕੈਟਾਲੌਗ ਹੋਵੇ। ਤੁਸੀਂ ਇਹਦੇ ਵਰਕੇ ਪਲਟਦੇ ਹੋ ਤੇ ਕਹਿੰਦੇ ਹੋ, ਮੈਂ ਇਸ ਘਟਨਾ ਨੂੰ ਪਸੰਦ ਕਰਾਂਗਾ, ਮੈਂ ਉਸ ਚੀਜ਼ ਨੂੰ ਪਸੰਦ ਕਰਾਂਗਾ,
ਮੈਂ ਇੰਜ ਦਾ ਵਿਅਕਤੀ ਬਣਨਾ ਪਸੰਦ ਕਰਾਂਗਾ। ਤੁਸੀਂ ਬ੍ਰਹਿਮੰਡ ਨੂੰ ਆਪਣਾ ਆਰਡਰ ਦੇ ਦਿੰਦੇ ਹੋ। ਇਹ ਦਰਅਸਲ ਇੰਨਾ ਸੌਖਾ ਹੀ ਹੈ। ਤੁਹਾਨੂੰ ਬਾਰ-ਬਾਰ ਮੰਗਣ ਦੀ ਲੋੜ ਨਹੀਂ ਹੈ। ਬਸ ਇੱਕ ਵਾਰੀ ਮੰਗਣਾ ਹੀ ਕਾਫੀ ਹੈ। ਇਹ ਕਿਸੇ ਕੈਟਾਲੌਗ ਤੋਂ ਆਰਡਰ ਦੇਣ ਵਰਗਾ ਹੈ। ਤੁਸੀਂ ਸਿਰਫ ਇੱਕ ਵਾਰ ਹੀ ਕਿਸੇ ਚੀਜ਼ ਦਾ ਆਰਡਰ ਦਿੰਦੇ ਹੋ। ਇੱਕ ਵਾਰ ਆਰਡਰ ਦੇਣ ਤੋਂ ਬਾਅਦ ਤੁਹਾਡੇ ਮਨ 'ਚ ਇਹ ਸ਼ੰਕਾ ਨਹੀਂ ਹੁੰਦੀ ਕਿ ਤੁਹਾਡਾ ਆਰਡਰ ਪੁੱਜੇਗਾ ਜਾਂ ਨਹੀਂ। ਤੁਸੀਂ ਘਬਰਾ ਕੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਆਰਡਰ ਨਹੀਂ ਦਿੰਦੇ ਹੋ। ਤੁਸੀਂ ਸਿਰਫ ਇੱਕ ਵਾਰੀ ਆਰਡਰ ਦਿੰਦੇ ਹੋ। ਇਹੀ ਉਸਾਰੂ ਪ੍ਰਕਿਰਿਆ 'ਚ ਵੀ ਹੁੰਦਾ ਹੈ। ਪਹਿਲਾ ਕਦਮ ਸਿਰਫ ਇਸ ਬਾਰੇ ਸਪਸ਼ਟ ਹੋਣਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸਪਸ਼ਟ ਕਲਪਨਾ ਕਰ ਲਈ ਹੈ ਤਾਂ ਤੁਸੀਂ ਮੰਗ ਲਿਆ। ਕਦਮ 2, ਯਕੀਨ ਕਰੋ। ਲੀਸਾ ਨਿਕੋਲਸ ਅਨੁਸਾਰ ਦੂਜਾ ਕਦਮ ਯਕੀਨ ਕਰਨਾ ਹੈ। ਯਕੀਨ ਕਰੋ ਕਿ ਚੀਜ਼ ਤੁਹਾਡੀ ਹੋ ਚੁੱਕੀ ਹੈ। ਮੈਂ ਇਹਨੂੰ ਅਟਲ ਆਸਥਾ ਕਹਿਣਾ ਪਸੰਦ ਕਰਦੀ ਹਾਂ। ਅਦ੍ਰਿਸ਼ ਵਿੱਚ ਯਕੀਨ ਕਰਨਾ। ਤੁਹਾਨੂੰ ਯਕੀਨ ਕਰਨਾ ਪਏਗਾ ਕਿ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਸ ਪਲ ਤੁਸੀਂ ਉਹਨੂੰ ਮੰਗਿਆ ਉਸੇ ਪਲ ਉਹ ਤੁਹਾਡੀ ਹੋ ਚੁੱਕੀ ਹੈ। ਤੁਹਾਨੂੰ ਪੂਰੀ ਤੇ ਪੱਕੀ ਆਸਥਾ ਰੱਖਣੀ ਹੈ। ਜੇ ਤੁਸੀਂ ਕੈਟਾਲੌਗ ਤੋਂ ਕਿਸੇ ਚੀਜ਼ ਦਾ ਆਰਡਰ ਦੇ ਦਿੰਦੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਤਸੱਲੀ ਨਾਲ ਬੈਠ ਜਾਂਦੇ ਹੋ ਤੇ ਜ਼ਿੰਦਗੀ 'ਚ ਅੱਗੇ ਵੱਧ ਜਾਂਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਤੁਸੀਂ ਜਿਸ ਚੀਜ਼ ਦਾ ਆਰਡਰ ਦੇ ਦਿੱਤਾ ਹੈ ਉਹ ਤੁਹਾਨੂੰ ਮਿਲ ਹੀ ਜਾਏਗੀ। ਚੀਜ਼ਾਂ ਨੂੰ ਇਸ ਤਰ੍ਹਾਂ ਦੇਖੋ ਜਿਵੇਂ ਤੁਹਾਡੀ ਮਨ ਚਾਹੀਆਂ ਚੀਜ਼ਾਂ ਇਸ ਵੇਲੇ ਤੁਹਾਨੂੰ ਮਿਲ ਚੁੱਕੀਆਂ ਹਨ। ਵਿਸ਼ਵਾਸ ਰੱਖੋ, ਉਹ ਚੀਜ਼ਾਂ ਲੋੜ ਵੇਲੇ ਤੁਹਾਡੇ ਕੋਲ ਆ ਜਾਣਗੀਆਂ। ਬਸ ਉਹਨਾਂ ਨੂੰ ਆਉਣ ਦਿਓ। ਉਹਨਾਂ ਬਾਰੇ ਚਿੰਤਾ ਨਾ ਕਰੋ ਜਾਂ ਪਰੇਸ਼ਾਨ ਨਾ ਹੋ। ਉਹਨਾਂ ਦੀ ਕਮੀ ਬਾਰੇ ਵੀ ਨਾ ਸੋਚੋ। ਉਹਨਾਂ ਬਾਰੇ ਇੰਝ ਸੋਚੋ ਜਿਵੇਂ ਉਹ ਤੁਹਾਡੀਆਂ ਹੋ ਚੁੱਕੀਆਂ ਹਨ। ਤੁਸੀਂ ਉਸ ਦੇ ਹੱਕਦਾਰ ਹੋ ਤੇ ਮਾਲਿਕ ਹੋ। ਰਾਬਰਟ ਕਾਲੀਅਰ ਅਨੁਸਾਰ ਜਿਸ ਪਲ ਤੁਸੀਂ ਮੰਗਦੇ ਹੋ, ਅਦ੍ਰਿਸ਼ ਸ਼ਕਤੀਆਂ 'ਚ ਯਕੀਨ ਕਰਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਤੁਹਾਡੀ ਮਨ ਚਾਹੀ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੈ, ਉਸੇ ਵੇਲੇ ਪੂਰਾ ਬ੍ਰਹਿਮੰਡ ਸਕ੍ਰਿय ਹੋ ਕੇ ਤੁਹਾਡੀ ਕਲਪਨਾ ਨੂੰ ਸਾਕਾਰ ਕਰਨ 'ਚ ਜੁਟ ਜਾਂਦਾ ਹੈ। ਤੁਹਾਨੂੰ ਇਸ ਤਰ੍ਹਾਂ ਦਾ ਕੰਮ ਕਰਨਾ, ਬੋਲਣਾ ਤੇ ਸੋਚਣਾ ਹੈ ਜਿਹਨੂੰ ਹੁਣੇ ਤੁਸੀਂ ਹਾਸਲ ਕਰ ਰਹੇ ਹੋ। ਕਿਉਂ? ਕਿਉਂਕਿ ਬ੍ਰਹਿਮੰਡ ਇੱਕ ਆਇਨਾ ਹੈ ਤੇ ਆਕਰਸ਼ਣ ਦਾ ਨਿਯਮ ਤੁਹਾਡੇ ਪ੍ਰਬਲ ਵਿਚਾਰਾਂ ਨੂੰ ਸਾਕਾਰ ਕਰਕੇ ਤੁਹਾਡੇ ਤੱਕ ਪਹੁੰਚਾਉਂਦਾ ਹੈ। ਤਾਂ ਕੀ ਇਸ 'ਚ ਸਮਝਦਾਰੀ ਨਹੀਂ ਹੈ ਕਿ ਤੁਸੀਂ ਉਹਨੂੰ ਆਪਣੇ ਆਪ ਨੂੰ ਪਾਉਂਦੇ ਵੇਖੋ? ਜੇ ਤੁਸੀਂ ਇੰਝ ਸੋਚੋਗੇ ਕਿ ਉਹ ਚੀਜ਼ ਤੁਹਾਨੂੰ ਹੁਣ ਤਾਈਂ ਨਹੀਂ ਮਿਲੀ ਹੈ ਤਾਂ ਤੁਸੀਂ ਉਸ ਚੀਜ਼ ਦੇ ਨਾ ਮਿਲਣ ਨੂੰ ਆਕਰਸ਼ਿਤ ਕਰ ਲਓਗੇ। ਇਸ ਲਈ ਤੁਹਾਨੂੰ ਯਕੀਨ ਕਰਨਾ ਹੋਏਗਾ ਕਿ ਤੁਸੀਂ ਉਹਨੂੰ ਹਾਸਿਲ ਕਰ ਚੁੱਕੇ ਹੋ। ਤੁਹਾਨੂੰ ਯਕੀਨ ਕਰਨਾ ਪਏਗਾ ਕਿ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ। ਜੇ ਤੁਸੀਂ ਇਹਨਾਂ ਚੀਜ਼ਾਂ ਦੀਆਂ ਤਸਵੀਰਾਂ ਨੂੰ ਆਪਣੇ ਜੀਵਨ 'ਚ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਪਾਉਣ ਦੀ ਭਾਵਨਾ ਦੀ ਫ੍ਰੀਕੁਐਂਸੀ ਬ੍ਰਹਿਮੰਡ ਵੱਲ ਭੇਜਣੀ ਪਏਗੀ। ਇੰਝ ਕਰਨ ਨਾਲ ਤੁਸੀਂ ਤਮਾਮ ਹਾਲਾਤਾਂ, ਲੋਕਾਂ ਤੇ ਘਟਨਾਵਾਂ ਨੂੰ ਜ਼ਬਰਦਸਤ ਤਰੀਕੇ ਨਾਲ ਪ੍ਰੇਰਿਤ ਕਰ ਦਿੰਦੇ ਹੋ, ਜਿਸ ਨਾਲ ਤੁਹਾਨੂੰ ਆਪਣੀ ਮਨ ਚਾਹੀ ਚੀਜ਼ ਮਿਲ ਜਾਏ। ਜਦੋਂ ਤੁਸੀਂ ਵੈਕੇਸ਼ਨ ਦੀ ਬੁਕਿੰਗ ਕਰਦੇ ਹੋ, ਨਵੀਂ ਕਾਰ ਦਾ ਆਰਡਰ ਦਿੰਦੇ ਹੋ ਜਾਂ ਮਕਾਨ ਖਰੀਦਦੇ ਹੋ, ਤੁਸੀਂ ਜਾਣਦੇ ਹੋ ਕਿ ਉਹ ਚੀਜ਼ਾਂ ਤੁਹਾਡੀਆਂ ਹੋ ਚੁੱਕੀਆਂ ਹਨ। ਤੁਸੀਂ ਜਾ ਕੇ ਉਸੇ ਸਮੇਂ ਲਈ ਇੱਕ ਹੋਰ ਵੈਕੇਸ਼ਨ ਦੀ ਬੁਕਿੰਗ ਨਹੀਂ ਕਰਦੇ ਜਾਂ ਇੱਕ ਹੋਰ ਕਾਰ ਜਾਂ ਮਕਾਨ ਨਹੀਂ ਖਰੀਦਦੇ। ਜੇ ਤੁਸੀਂ ਲਾਟਰੀ ਜਿੱਤ ਜਾਂਦੇ ਹੋ ਜਾਂ ਤੁਹਾਨੂੰ ਵਿਰਾਸਤ 'ਚ ਢੇਰ ਸਾਰੀ ਦੌਲਤ ਮਿਲਦੀ ਹੈ ਤਾਂ ਭੌਤਿਕ ਤੌਰ ਤੇ ਪੈਸਾ ਮਿਲਣ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਆਪਣਾ ਮੰਨ ਲੈਂਦੇ ਹੋ। ਇਸੇ ਨੂੰ ਯਕੀਨ ਕਰਨ ਦੀ ਭਾਵਨਾ ਕਹਿੰਦੇ ਹਨ। ਯਕੀਨ ਕਰੋ ਕਿ ਇਹ ਚੀਜ਼ ਤੁਹਾਡੀ ਹੋ ਚੁੱਕੀ ਹੈ, ਤੁਹਾਨੂੰ ਮਿਲ ਚੁੱਕੀ ਹੈ। ਪ੍ਰਬਲ ਭਾਵਨਾ ਨਾਲ ਉਹਨਾਂ ਚੀਜ਼ਾਂ ਤੇ ਦਾਅਵਾ ਕਰੋ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਤੇ ਯਕੀਨ ਕਰੋ ਕਿ ਤੁਹਾਡੀ ਹੋ ਚੁੱਕੀਆਂ ਹਨ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਆਕਰਸ਼ਣ ਦਾ ਨਿਯਮ ਪ੍ਰਬਲਤਾ ਨਾਲ ਸਾਰੀ ਪ੍ਰਸਥਿਤੀਆਂ, ਲੋਕਾਂ ਤੇ ਘਟਨਾਵਾਂ ਨੂੰ ਪ੍ਰੇਰਿਤ ਕਰ ਦੇਗਾ ਤਾਂ ਕਿ ਤੁਹਾਨੂੰ ਤੁਹਾਡੀ ਮਨ ਚਾਹੀ ਚੀਜ਼ ਹਾਸਲ ਹੋ ਜਾਏ। ਤੁਸੀਂ ਯਕੀਨ ਕਰਨ ਦੇ ਬਿੰਦੂ ਤੱਕ ਕਿਸ ਤਰ੍ਹਾਂ ਪੁੱਜ ਸਕਦੇ ਹੋ? ਯਕੀਨ ਕਰਨ ਦਾ ਨਾਟਕ ਕਰੋ। ਬੱਚਿਆਂ ਵਾਂਗ ਨਾਟਕ ਕਰੋ। ਇਸ ਤਰ੍ਹਾਂ ਨਾਟਕ ਕਰੋ ਜਿਵੇਂ ਉਹ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੈ। ਜਦੋਂ ਤੁਸੀਂ ਲਗਾਤਾਰ ਨਾਟਕ ਕਰਦੇ ਰਹੋਗੇ ਤਾਂ ਹੌਲੀ-ਹੌਲੀ ਤੁਸੀਂ ਇਸ ਗੱਲ ਤੇ ਯਕੀਨ ਕਰਨ ਲੱਗੋਗੇ ਕਿ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ। ਜਿੰਨ ਸਿਰਫ ਤੁਹਾਡੇ ਮੰਗਣ ਵੇਲੇ ਹੀ ਪ੍ਰਬਲ ਵਿਚਾਰਾਂ ਤੇ ਪ੍ਰਕਿਰਿਆ ਨਹੀਂ ਕਰਦਾ, ਜਿੰਨ ਤਾਂ ਹਰ ਵੇਲੇ ਤੁਹਾਡੇ ਪ੍ਰਬਲ ਵਿਚਾਰਾਂ ਤੇ ਪ੍ਰਕਿਰਿਆ ਕਰਦਾ ਹੈ। ਇਸ ਲਈ ਮੰਗਣ ਤੋਂ ਬਾਅਦ ਵੀ ਤੁਹਾਨੂੰ ਯਕੀਨ ਰੱਖਣ ਦੀ ਲੋੜ ਹੁੰਦੀ ਹੈ। ਆਸਥਾ ਰੱਖੋ, ਤੁਹਾਨੂੰ ਉਹ ਚੀਜ਼ ਮਿਲ ਚੁੱਕੀ ਹੈ। ਇਸ ਬਾਰੇ ਤੁਹਾਡਾ ਅਟੱਲ ਵਿਸ਼ਵਾਸ, ਤੁਹਾਡੀ ਅਡਿੱਗ ਆਸਥਾ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ। ਜਦੋਂ ਤੁਸੀਂ ਯਕੀਨ ਕਰਦੇ ਹੋ ਕਿ ਉਹ ਚੀਜ਼ ਤੁਹਾਨੂੰ ਮਿਲ ਰਹੀ ਹੈ ਤਾਂ ਜਾਦੂ ਦੇਖਣ ਲਈ ਤਿਆਰ ਹੋ ਜਾਓ। ਤੁਸੀਂ ਜੋ ਚਾਹੋ ਪਾ ਸਕਦੇ ਹੋ, ਬਸ਼ਰਤੇ ਤੁਸੀਂ ਉਹਨੂੰ ਆਪਣੇ ਵਿਚਾਰਾਂ ਦੇ ਸਾਂਚੇ 'ਚ ਢਾਲਣ ਦਾ ਤਰੀਕਾ ਜਾਣਦੇ ਹੋਵੋ।
ਇਹੋ ਜਿਹਾ ਕੋਈ ਸੁਪਨਾ ਨਹੀਂ ਹੈ ਜਿਹੜਾ ਸਾਕਾਰ ਨਾ ਹੋ ਸਕੇ, ਬਸ਼ਰਤੇ ਤੁਸੀਂ ਆਪਣੇ ਮਾਧਿਅਮ ਤੋਂ ਕੰਮ ਕਰ ਰਹੀ ਸਿਰਜਣਾਤਮਕ ਸ਼ਕਤੀ ਦਾ ਇਸਤੇਮਾਲ ਕਰਨਾ ਸਿੱਖ ਲਓ। ਜਿਹੜੇ ਤਰੀਕੇ ਇੱਕ ਵਿਅਕਤੀ ਲਈ ਕੰਮ ਕਰਦੇ ਹਨ ਉਹ ਸਾਰਿਆਂ ਲਈ ਕੰਮ ਕਰਨਗੇ। ਤੁਹਾਡੇ ਕੋਲ ਜੋ ਵੀ ਹੈ ਉਹਦੇ ਪ੍ਰਯੋਗ 'ਚ ਹੀ ਸ਼ਕਤੀ ਦੀ ਕੁੰਜੀ ਹੈ। ਇਸ ਤਰ੍ਹਾਂ ਤੁਸੀਂ ਆਪਣੇ ਪਾਉਣ ਦੇ ਦਰਵਾਜ਼ੇ ਨੂੰ ਜ਼ਿਆਦਾ ਖੋਲ੍ਹ ਲੈਂਦੇ ਹੋ ਤਾਂ ਕਿ ਤੁਹਾਡੇ ਰਾਹੀਂ ਜ਼ਿਆਦਾ ਸਿਰਜਣਾਤਮਕ ਸ਼ਕਤੀ ਪ੍ਰਵਾਹਿਤ ਹੋ ਸਕੇ। ਰੌਬਰਟ ਕਾਲੀਅਰ ਅਨੁਸਾਰ ਇਹ ਗੱਲਾਂ ਕਹੀਆਂ ਗਈਆਂ। ਡਾਕਟਰ ਜੋ ਵਿਟਾਲ ਨੇ ਕਿਹਾ, ਬ੍ਰਹਿਮੰਡ ਤੁਹਾਡੀ ਮਨ ਚਾਹੀ ਚੀਜ਼ ਤੁਹਾਡੇ ਤੱਕ ਪਹੁੰਚਾਉਣ ਲਈ ਆਪਣੇ ਆਪ ਨੂੰ ਦੁਬਾਰਾ ਵਿਵਸਥਿਤ ਕਰਨ ਲੱਗੇਗਾ। ਜੈਕ ਕੈਨਫੀਲਡ ਅਨੁਸਾਰ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕਦੇ ਆਪਣੇ ਆਪ ਨੂੰ ਉਹ ਚਾਹੁਣ ਦੀ ਪ੍ਰਵਾਨਗੀ ਹੀ ਨਹੀਂ ਦਿੱਤੀ ਹੈ ਜਿਹੜੀ ਅਸੀਂ ਸੱਚਮੁੱਚ ਚਾਹੁੰਦੇ ਹਾਂ, ਕਿਉਂਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਕਿ ਉਹ ਚੀਜ਼ ਕਿਵੇਂ ਪ੍ਰਗਟ ਹੋਏਗੀ। ਬੌਬ ਪ੍ਰੋਕਟਰ ਅਨੁਸਾਰ ਜੇ ਤੁਸੀਂ ਥੋੜਾ ਸੋਧ ਕਰੋ ਤਾਂ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਏਗਾ ਕਿ ਜਿਸ ਵੀ ਇਨਸਾਨ ਨੇ ਅੱਜ ਤੱਕ ਜਿਹੜੀ ਵੀ ਚੀਜ਼ ਹਾਸਲ ਕੀਤੀ ਹੈ ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਇਹਨੂੰ ਕਿਵੇਂ ਹਾਸਲ ਕਰਨ ਵਾਲਾ ਹੈ। ਉਹ ਤਾਂ ਬਸ ਇੰਨਾ ਜਾਣਦਾ ਸੀ ਕਿ ਉਹਨੂੰ ਹਾਸਲ ਕਰਨ ਵਾਲਾ ਹੈ। ਡਾਕਟਰ ਜੋ ਵਿਟਾਲ ਅਨੁਸਾਰ ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ ਕਿ ਇੰਜ ਕਿਵੇਂ ਹੋਏਗਾ, ਤੁਹਾਨੂੰ ਇਹ ਜਾਣਨ ਦੀ ਵੀ ਲੋੜ ਨਹੀਂ ਕਿ ਬ੍ਰਹਿਮੰਡ ਆਪਣੇ ਆਪ ਨੂੰ ਦੁਬਾਰਾ ਵਿਵਸਥਿਤ ਕਿਵੇਂ ਕਰੇਗਾ। ਇਹ ਕਿਵੇਂ ਹੋਏਗਾ ਜਾਂ ਬ੍ਰਹਿਮੰਡ ਉਸ ਚੀਜ਼ ਨੂੰ ਤੁਹਾਡੇ ਤੱਕ ਕਿਵੇਂ ਪਹੁੰਚਾਏਗਾ, ਇਹ ਚਿੰਤਾ ਕਰਨਾ ਤੁਹਾਡਾ ਕੰਮ ਨਹੀਂ ਹੈ। ਇਹ ਤਾਂ ਬ੍ਰਹਿਮੰਡ ਦਾ ਕੰਮ ਹੈ। ਉਹਨੂੰ ਆਪਣੇ ਕੰਮ ਕਰਨ ਦਿਓ। ਜਦੋਂ ਤੁਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਕੰਮ ਕਿਵੇਂ ਹੋਏਗਾ ਤਾਂ ਤੁਹਾਡੇ ਵੱਲੋਂ ਭੇਜੀ ਜਾਣ ਵਾਲੀ ਫ੍ਰੀਕੁਐਂਸੀ 'ਚ ਆਸਥਾ ਦੀ ਕਮੀ ਹੁੰਦੀ ਹੈ। ਇਸ ਨਾਲ ਲੱਗਦਾ ਹੈ ਕਿ ਤੁਹਾਨੂੰ ਇਹ ਯਕੀਨ ਨਹੀਂ ਹੈ ਕਿ ਉਹ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਮੌਜੂਦ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਵੀ ਤੁਹਾਨੂੰ ਹੀ ਕਰਨਾ ਹੈ ਤੇ ਤੁਹਾਨੂੰ ਇਸ ਗੱਲ ਤੇ ਯਕੀਨ ਨਹੀਂ ਹੈ ਕਿ ਬ੍ਰਹਿਮੰਡ ਉਸ ਕੰਮ ਨੂੰ ਤੁਹਾਡੇ ਲਈ ਆਪਣੇ ਆਪ ਕਰ ਦੇਗਾ। ਸਿਰਜਣਾਤਮਕ ਪ੍ਰਕਿਰਿਆ 'ਚ ਕਿੰਜ ਦੇ ਬਾਰੇ 'ਚ ਸੋਚਣਾ ਤੁਹਾਡਾ ਕੰਮ ਨਹੀਂ ਹੈ। ਬੌਬ ਪ੍ਰੋਕਟਰ ਅਨੁਸਾਰ ਕੰਮ ਕਿਵੇਂ ਹੋਏਗਾ ਤੁਸੀਂ ਇਹ ਗੱਲ ਨਹੀਂ ਜਾਣਦੇ ਹੋ। ਇਹ ਤਾਂ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ। ਤਰੀਕਾ ਆਪਣੇ ਆਪ ਤੁਹਾਡੇ ਵੱਲ ਆਕਰਸ਼ਿਤ ਹੋਏਗਾ। ਲੀਸਾ ਨਿਕੋਲਸ ਅਨੁਸਾਰ ਜਦੋਂ ਸਾਨੂੰ ਮੰਗੀਆਂ ਹੋਈਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਤਾਂ ਜ਼ਿਆਦਾਤਰ ਮਾਮਲਿਆਂ 'ਚ ਅਸੀਂ ਕੁੰਠਿਤ ਹੋ ਜਾਂਦੇ ਹਾਂ, ਅਸੀਂ ਨਿਰਾਸ਼ ਹੋ ਜਾਂਦੇ ਹਾਂ, ਅਸੀਂ ਸ਼ੱਕ ਕਰਨ ਲੱਗ ਪੈਂਦੇ ਹਾਂ। ਸ਼ੱਕ ਕਰਨ ਕਾਰਨ ਨਿਰਾਸ਼ਾ ਦੀ ਭਾਵਨਾ ਹੁੰਦੀ ਹੈ। ਇਸ ਲਈ ਸ਼ੱਕ ਨੂੰ ਵਿਸ਼ਵਾਸ 'ਚ ਬਦਲ ਲਓ। ਸ਼ੱਕ ਦੀ ਭਾਵਨਾ ਨੂੰ ਪਛਾਣੋ ਤੇ ਉਹਦੀ ਥਾਂ ਤੇ ਅਟਲ ਆਸਥਾ ਦੀ ਭਾਵਨਾ ਰੱਖ ਦਿਓ। ਮੈਂ ਜਾਣਦਾ ਕਿ ਉਹ ਚੀਜ਼ ਮੇਰੇ ਵੱਲ ਆ ਰਹੀ ਹੈ ਤੇ ਰਾਹ ਵਿੱਚ ਹੀ ਹੈ। ਕਦਮ ਤੀਸਰਾ, ਪਾਓ। ਲੀਸਾ ਨਿਕੋਲਸ ਅਨੁਸਾਰ ਪ੍ਰਕਿਰਿਆ ਦਾ ਤੀਜਾ ਤੇ ਅੰਤਿਮ ਕਦਮ ਹੈ ਪਾਉਣਾ। ਇਹਦੇ ਬਾਰੇ ਚੰਗੀਆਂ ਭਾਵਨਾਵਾਂ ਮਹਿਸੂਸ ਕਰੋ, ਉਸੇ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਸੀਂ ਉਸ ਚੀਜ਼ ਨੂੰ ਪਾਉਣ ਤੋਂ ਬਾਅਦ ਮਹਿਸੂਸ ਕਰੋਗੇ। ਇਹਨੂੰ ਹੁਣੇ ਹੀ ਮਹਿਸੂਸ ਕਰੋ। ਮਾਰਸੀ ਸ਼ਿਮਾਫ ਅਨੁਸਾਰ ਇਸ ਪ੍ਰਕਿਰਿਆ 'ਚ ਚੰਗਾ ਮਹਿਸੂਸ ਕਰਨਾ ਹੈ, ਖੁਸ਼ ਰਹਿਣਾ ਮਹੱਤਵਪੂਰਨ ਹੈ, ਕਿਉਂਕਿ ਚੰਗਾ ਮਹਿਸੂਸ ਕਰਨ ਵੇਲੇ ਤੁਸੀਂ ਆਪਣੇ ਆਪ ਨੂੰ ਉਸੇ ਫ੍ਰੀਕੁਐਂਸੀ ਤੇ ਰੱਖ ਰਹੇ ਹੋ ਜਿਸ ਤੇ ਤੁਹਾਡੀ ਮਨ ਚਾਹੀ ਚੀਜ਼ ਹੈ। ਮਾਈਕਲ ਬਰਨਾਰਡ ਬੇਕਫਿਥ ਅਨੁਸਾਰ ਇਹ ਬ੍ਰਹਿਮੰਡ ਭਾਵਨਾਵਾਂ ਤੋਂ ਸੰਚਾਲਿਤ ਹੈ। ਜੇ ਤੁਸੀਂ ਸਿਰਫ ਬੌਧਿਕ ਤੌਰ ਤੇ ਕਿਸੇ ਚੀਜ਼ 'ਚ ਯਕੀਨ ਕਰਦੇ ਹੋ ਲੇਕਿਨ ਤੁਹਾਡੇ ਮਨ 'ਚ ਉਸ ਲਈ ਭਾਵਨਾ ਨਹੀਂ ਹੈ ਤਾਂ ਹੋ ਸਕਦਾ ਹੈ ਤੁਹਾਡੇ ਬੁਲਾਵੇ 'ਚ ਇੰਨੀ ਸ਼ਕਤੀ ਨਾ ਹੋਵੇ ਕਿ ਤੁਸੀਂ ਆਪਣੀ ਮਨ ਚਾਹੀ ਚੀਜ਼ ਨੂੰ ਆਪਣੇ ਜੀਵਨ 'ਚ ਸਾਕਾਰ ਕਰ ਸਕੋ। ਤੁਹਾਨੂੰ ਇਹਨੂੰ ਮਹਿਸੂਸ ਕਰਨਾ ਹੁੰਦਾ ਹੈ। ਇੱਕ ਵਾਰੀ ਮੰਗੋ, ਫਿਰ ਯਕੀਨ ਕਰੋ ਤੁਸੀਂ ਉਹਨੂੰ ਪਾ ਚੁੱਕੇ ਹੋ, ਫਿਰ ਚੰਗਾ ਮਹਿਸੂਸ ਕਰਕੇ ਉਹਨੂੰ ਪਾ ਲਓ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਪਾਉਣ ਦੀ ਫ੍ਰੀਕੁਐਂਸੀ ਤੇ ਹੋ। ਤੁਸੀਂ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਲਿਆਉਣ ਦੀ ਫ੍ਰੀਕੁਐਂਸੀ ਤੇ ਹੋ ਤੇ ਤੁਹਾਨੂੰ ਮੰਗੀਆਂ ਹੋਈਆਂ ਚੀਜ਼ਾਂ ਮਿਲ ਜਾਣਗੀਆਂ। ਜ਼ਾਹਿਰ ਹੈ ਤੁਸੀਂ ਸਿਰਫ ਉਹੀ ਚੀਜ਼ ਮੰਗੋਗੇ ਜਿਹਦੇ ਮਿਲਣ ਤੇ ਤੁਹਾਨੂੰ ਚੰਗਾ ਮਹਿਸੂਸ ਹੋਵੇ, ਹੈ ਨਾ। ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨ ਦੀ ਫ੍ਰੀਕੁਐਂਸੀ ਤੇ ਲੈ ਆਉਂਦੇ ਹੋ ਤਾਂ ਤੁਸੀਂ ਉਹਨੂੰ ਪਾ ਲਓਗੇ। ਖੁਦ ਨੂੰ ਉਸ ਫ੍ਰੀਕੁਐਂਸੀ ਤੱਕ ਪਹੁੰਚਾਉਣ ਦਾ ਇੱਕ ਤੇਜ਼ ਤਰੀਕਾ ਇਹ ਕਹਿਣਾ ਹੈ, ਮੈਂ ਇਸ ਨੂੰ ਹੁਣੇ ਪਾ ਰਿਹਾ ਹਾਂ, ਮੈਨੂੰ ਆਪਣੇ ਜੀਵਨ 'ਚ ਤਮਾਮ ਚੰਗੀਆਂ ਚੀਜ਼ਾਂ ਇਸੇ ਵੇਲੇ ਮਿਲ ਰਹੀਆਂ ਹਨ, ਮੈਂ ਇੱਥੇ ਆਪਣੀਆਂ ਇੱਛਾਵਾਂ ਭਰ ਲਓ, ਇਸੇ ਵੇਲੇ ਪਾ ਰਿਹਾ ਹਾਂ। ਤੇ ਮਿਲਣ ਦੀ ਭਾਵਨਾ ਨੂੰ ਸੱਚਮੁੱਚ ਮਹਿਸੂਸ ਕਰੋ। ਇਸ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਸੀਂ ਚੀਜ਼ਾਂ ਨੂੰ ਹਕੀਕਤਨ ਪਾ ਲਿਆ ਹੋਵੇ।
ਮੇਰੀ ਇੱਕ ਪਿਆਰੀ ਸਹੇਲੀ ਮਰਸੀ ਵਿੱਚ ਜ਼ਬਰਦਸਤ ਕਲਪਨਾਸ਼ੀਲਤਾ ਹੈ। ਉਹ ਹਰ ਚੀਜ਼ ਮਹਿਸੂਸ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਮਨ ਚਾਹੀ ਤੇ ਮੰਗੀ ਚੀਜ਼ ਮਿਲਣ ਤੇ ਉਹਨੂੰ ਕਿੰਜ ਮਹਿਸੂਸ ਹੋਏਗਾ। ਉਹ ਹਰ ਚੀਜ਼ ਨੂੰ ਸੱਚਮੁੱਚ ਮਹਿਸੂਸ ਕਰਦੀ ਹੈ। ਉਹ ਇਸ ਮਾਮਲੇ 'ਚ ਨਹੀਂ ਉਲਝਦੀ ਕਿ ਉਹ ਚੀਜ਼ ਉਹਨੂੰ ਕਿਵੇਂ, ਕਦੋਂ ਜਾਂ ਕਿੱਥੇ ਮਿਲੇਗੀ। ਉਹ ਤਾਂ ਬਸ ਉਹਨੂੰ ਮਹਿਸੂਸ ਕਰਦੀ ਹੈ ਤੇ ਫਿਰ ਉਹੀ ਚੀਜ਼ ਪ੍ਰਗਟ ਹੋ ਜਾਂਦੀ ਹੈ। ਇਸੇ ਵੇਲੇ ਚੰਗਾ ਮਹਿਸੂਸ ਕਰੋ। ਬੌਬ ਪ੍ਰੋਕਟਰ। ਜਦੋਂ ਤੁਸੀਂ ਕਿਸੇ ਕਲਪਨਾ ਨੂੰ ਹਕੀਕਤ 'ਚ ਬਦਲ ਲੈਂਦੇ ਹੋ ਤਾਂ ਤੁਸੀਂ ਜ਼ਿਆਦਾ ਵੱਡੀਆਂ ਕਲਪਨਾਵਾਂ ਕਰਨ ਦੀ ਸਥਿਤੀ 'ਚ ਆ ਜਾਂਦੇ ਹੋ ਤੇ ਇਹੀ ਸਿਰਜਣਾਤਮਕ ਪ੍ਰਕਿਰਿਆ ਹੈ। ਤੁਸੀਂ ਪ੍ਰਾਰਥਨਾ 'ਚ ਜੋ ਕੁਝ ਵੀ ਮੰਗੋਗੇ, ਯਕੀਨ ਕਰਨ ਤੇ ਉਹਨੂੰ ਪਾ ਲਵੋਗੇ। ਮੈਥਿਊ। ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਯਕੀਨ ਕਰਦੇ ਹੋ ਕਿ ਤੁਸੀਂ ਉਹਨਾਂ ਨੂੰ ਪਾ ਲਓਗੇ ਤਾਂ ਤੁਸੀਂ ਉਹਨਾਂ ਨੂੰ ਸੱਚਮੁੱਚ ਹੀ ਪਾ ਲਓਗੇ। ਮਾਰਕ ਨੇ ਕਿਹਾ। ਬੌਬ ਡਾਇਲ ਆਕਰਸ਼ਣ ਦਾ ਨਿਯਮ, ਇਹਦਾ ਅਧਿਐਨ ਤੇ ਅਭਿਆਸ ਬਸ ਇਹ ਅੰਦਾਜ਼ਾ ਲਾਉਣ ਲਈ ਹੈ ਕਿ ਇਸੇ ਵੇਲੇ ਆਪਣੀਆਂ ਮਨਚਾਹੀਆਂ ਚੀਜ਼ਾਂ ਪਾਉਣ ਦੀਆਂ ਭਾਵਨਾਵਾਂ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਆਪਣੀ ਮਨਚਾਹੀ ਕਾਰ 'ਚ ਟੈਸਟ ਡਰਾਈਵ ਤੇ ਜਾਓ, ਆਪਣੇ ਮਨ ਚਾਹੇ ਮਕਾਨ ਦੀ ਸ਼ਾਪਿੰਗ ਤੇ ਜਾਓ, ਆਪਣੇ ਮਨ ਭਾਉਂਦੇ ਮਕਾਨ ਅੰਦਰ ਜਾਓ। ਇਸੇ ਵੇਲੇ ਮਨ ਚਾਹੀ ਚੀਜ਼ ਦਾ ਮਾਲਕ ਬਣਨ ਦੀ ਭਾਵਨਾਵਾਂ ਪੈਦਾ ਕਰਨ ਲਈ ਤੁਹਾਨੂੰ ਜੋ ਕੁਝ ਵੀ ਕਰਨਾ ਪਏ ਕਰੋ ਤੇ ਆਪਣੀਆਂ ਭਾਵਨਾਵਾਂ ਨੂੰ ਯਾਦ ਰੱਖੋ। ਇੰਨਾ ਸਾਰਾ ਕਰਨ ਨਾਲ ਤੁਹਾਨੂੰ ਆਪਣੀ ਮਨ ਚਾਹੀ ਚੀਜ਼ ਸੱਚਮੁੱਚ ਪਾਉਣ 'ਚ ਮਦਦ ਮਿਲੇਗੀ। ਜਦੋਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਵੇਂ ਮਨ ਚਾਹੀ ਚੀਜ਼ ਤੁਹਾਨੂੰ ਮਿਲ ਚੁੱਕੀ ਹੈ ਤੇ ਇਹ ਭਾਵਨਾ ਇੰਨੀ ਸੱਚੀ ਹੁੰਦੀ ਹੈ ਜਿਵੇਂ ਉਹ ਤੁਹਾਡੇ ਕੋਲ ਮੌਜੂਦ ਹੈ, ਤੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਯਕੀਨ ਹੋ ਗਿਆ ਕਿ ਤੁਸੀਂ ਉਹਨੂੰ ਪਾ ਚੁੱਕੇ ਹੋ ਤੇ ਫਿਰ ਤੁਸੀਂ ਉਹਨੂੰ ਪਾ ਲਵੋਗੇ। ਬੌਬ ਡਾਇਲ ਅਨੁਸਾਰ ਹੋ ਸਕਦਾ ਤੁਸੀਂ ਜਾਗਣ ਵੇਲੇ ਉਸ ਚੀਜ਼ ਨੂੰ ਮੌਜੂਦ ਵੇਖੋ, ਇਹ ਸੱਚਮੁੱਚ ਸਾਕਾਰ ਹੋ ਚੁੱਕੀ ਹੈ, ਜਾਂ ਫਿਰ ਤੁਹਾਨੂੰ ਅਚਨਚੇਤ ਹੀ ਕੋਈ ਕੰਮ ਕਰਨ ਦੀ ਪ੍ਰੇਰਨਾ ਮਿਲ ਜਾਏ। ਤੁਹਾਨੂੰ ਨਿਸ਼ਚਿਤ ਤੌਰ ਤੇ ਇਹ ਨਹੀਂ ਕਹਿਣਾ ਚਾਹੀਦਾ, ਦੇਖੋ ਮੈਂ ਇਹਨੂੰ ਇਸ ਤਰ੍ਹਾਂ ਨਾਲ ਕਰ ਸਕਦਾ ਲੇਕਿਨ ਇਹ ਮੈਨੂੰ ਪਸੰਦ ਨਹੀਂ ਹੈ। ਜੇਕਰ ਹਾਲਾਤ ਇਹੀ ਹਨ ਤਾਂ ਤੁਸੀਂ ਸਹੀ ਰਾਹ ਤੇ ਨਹੀਂ ਹੋ। ਕਈ ਵਾਰ ਕੰਮ ਕਰਨ ਦੀ ਲੋੜ ਵੀ ਹੋਏਗੀ, ਲੇਕਿਨ ਜੇ ਤੁਸੀਂ ਇਹਨੂੰ ਉਸੇ ਤਰੀਕੇ ਨਾਲ ਕਰ ਰਹੇ ਹੋ ਜਿਸ ਤਰ੍ਹਾਂ ਬ੍ਰਹਿਮੰਡ ਇਹਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਸੀਂ ਖੁਸ਼ੀ ਦੀ ਭਾਵਨਾਵਾਂ ਮਹਿਸੂਸ ਕਰੋਗੇ, ਤੁਸੀਂ ਉਤਸ਼ਾਹਿਤ ਮਹਿਸੂਸ ਕਰੋਗੇ। ਸਮਾਂ ਜਿਵੇਂ ਰੁਕ ਜਾਏਗਾ, ਤੁਸੀਂ ਉਸ ਕੰਮ ਨੂੰ ਬਿਨਾਂ ਥੱਕੇ ਸਾਰਾ ਦਿਨ ਕਰ ਸਕਦੇ ਹੋ। ਕਾਰਜ ਦਾ ਮਤਲਬ ਕਈ ਲੋਕਾਂ ਲਈ ਕੰਮ ਹੋ ਸਕਦਾ ਹੈ, ਲੇਕਿਨ ਪ੍ਰੇਰਿਤ ਕੰਮ ਵਰਗਾ ਬਿਲਕੁਲ ਨਹੀਂ ਹੋਏਗਾ। ਪ੍ਰੇਰਿਤ ਕਰਮ ਤੇ ਕੰਮ ਦੇ ਵਿਚਕਾਰਲਾ ਫਰਕ ਇਹ ਹੈ ਕਿ ਪ੍ਰੇਰਿਤ ਕਰਮ ਉਹ ਹਨ ਜਦੋਂ ਤੁਸੀਂ ਪਾਉਣ ਲਈ ਕੰਮ ਕਰ ਰਹੇ ਹੋ। ਜੇ ਤੁਸੀਂ ਉਸ ਚੀਜ਼ ਨੂੰ ਸਾਕਾਰ ਕਰਵਾਉਣ ਲਈ ਕੰਮ ਕਰ ਰਹੇ ਹੋ ਤਾਂ ਤੁਸੀਂ ਪਿੱਛੇ ਨੂੰ ਤਿਲਕ ਗਏ ਹੋ। ਪ੍ਰੇਰਿਤ ਕਰਮ ਯਤਨ ਤੋਂ ਬਗੈਰ ਹੁੰਦਾ ਹੈ। ਇਸ ਨਾਲ ਅਦਭੁਤ ਮਹਿਸੂਸ ਹੁੰਦਾ ਹੈ ਕਿਉਂਕਿ ਤੁਸੀਂ ਪਾਉਣ ਦੀ ਫ੍ਰੀਕੁਐਂਸੀ ਤੇ ਹੁੰਦੇ ਹੋ। ਕਲਪਨਾ ਕਰੋ ਕਿ ਜ਼ਿੰਦਗੀ ਤੇਜ਼ੀ ਨਾਲ ਵਹਿੰਦੀ ਨਦੀ ਹੈ। ਕਿਸੇ ਚੀਜ਼ ਨੂੰ ਸਾਕਾਰ ਕਰਵਾਉਣ ਲਈ ਕੰਮ ਕਰਨ ਵੇਲੇ ਇੰਜ ਮਹਿਸੂਸ ਹੋਏਗਾ ਜਿਵੇਂ ਤੁਸੀਂ ਨਦੀ ਦੇ ਵਗਣ ਦੇ ਉਲਟ ਪਾਸੇ ਤਾਰੀ ਲਾ ਰਹੇ ਹੋ। ਇਹ ਮੁਸ਼ਕਿਲ ਹੋਏਗਾ, ਸੰਘਰਸ਼ ਵਾਂਗ ਲੱਗੇਗਾ। ਦੂਜੇ ਪਾਸੇ ਸ੍ਰਿਸ਼ਟੀ ਤੋਂ ਪਾਉਣ ਲਈ ਕਰਮ ਕਰਨ ਵੇਲੇ ਤੁਹਾਨੂੰ ਇੰਜ ਮਹਿਸੂਸ ਹੋਏਗਾ ਜਿਵੇਂ ਤੁਸੀਂ ਨਦੀ ਦੇ ਪ੍ਰਵਾਹ ਨਾਲ ਵਹਿ ਰਹੇ ਹੋ। ਇਹ ਯਤਨ ਬਗੈਰ ਮਹਿਸੂਸ ਹੋਏਗਾ। ਇਹ ਪ੍ਰੇਰਿਤ ਕਰਮ ਹੈ ਤੇ ਬ੍ਰਹਿਮੰਡ ਤੇ ਜ਼ਿੰਦਗੀ ਦੇ ਪ੍ਰਵਾਹ ਨਾਲ ਤਾਰੀ ਲਾਉਣ ਦੀ ਭਾਵਨਾ ਹੈ। ਕਈ ਵਾਰ ਤਾਂ ਕਿਸੇ ਚੀਜ਼ ਨੂੰ ਪਾਉਣ ਤੱਕ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਕਰਮ ਕੀਤਾ ਸੀ, ਕਿਉਂਕਿ ਕਰਮ ਕਰਨ ਵੇਲੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ। ਉਦੋਂ ਤੁਸੀਂ ਮੁੜ ਕੇ ਦੇਖੋਗੇ ਤੇ ਇਸ ਗੱਲ ਤੇ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਬ੍ਰਹਿਮੰਡ ਤੁਹਾਨੂੰ ਉੱਥੇ ਤੱਕ ਲੈ ਗਿਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਸੀ ਤੇ ਉਸ ਚੀਜ਼ ਨੂੰ ਤੁਹਾਡੇ ਵੱਲ ਲੈ ਆਇਆ ਜਿਹਨੂੰ ਤੁਸੀਂ ਪਾਉਣਾ ਚਾਹੁੰਦੇ ਸੀ। ਡਾਕਟਰ ਜੋ ਵਿਟਾਲ ਅਨੁਸਾਰ ਬ੍ਰਹਿਮੰਡ ਤੇਜ਼ ਗਤੀ ਨੂੰ ਪਸੰਦ ਕਰਦਾ ਹੈ। ਦੇਰ ਨਾ ਕਰੋ, ਦੁਬਾਰਾ ਨਾ ਸੋਚੋ, ਸ਼ੰਕਾ ਨਾ ਕਰੋ। ਜਦੋਂ ਮੌਕਾ ਮੌਜੂਦ ਹੋਵੇ, ਜਦੋਂ ਮਨੋਵੇਗ ਮੌਜੂਦ ਹੋਣ, ਜਦੋਂ ਅੰਦਰੋਂ ਸਹਿਜ ਬੋਧ ਦੀ ਪ੍ਰੇਰਨਾ ਦਾ ਇਸ਼ਾਰਾ ਹੋਵੇ ਤਾਂ ਤੁਰੰਤ ਕਰਮ ਕਰ ਦਿਓ। ਇਹ ਤੁਹਾਡਾ ਕੰਮ ਹੈ ਤੇ ਤੁਹਾਨੂੰ ਬਸ ਇੰਨਾ ਹੀ ਕਰਨਾ ਹੈ। ਆਪਣੀ ਸਹਿਜ ਭਾਵਨਾਵਾਂ ਇਨਸਟਿੰਕਟਸ ਤੇ ਭਰੋਸਾ ਕਰੋ। ਇਹ ਬ੍ਰਹਿਮੰਡ ਦਾ ਇਸ਼ਾਰਾ ਹੈ ਜਿਹੜਾ ਤੁਹਾਨੂੰ ਪ੍ਰੇਰਿਤ ਕਰ ਰਿਹਾ ਹੈ। ਇਹ ਬ੍ਰਹਿਮੰਡ ਦਾ ਇਸ਼ਾਰਾ ਜੋ ਪਾਉਣ ਦੀ ਫ੍ਰੀਕੁਐਂਸੀ ਤੇ ਤੁਹਾਡੇ ਨਾਲ ਸੰਚਾਰਿਤ ਕਰ ਰਿਹਾ ਹੈ। ਜੇ ਤੁਹਾਡੇ ਮਨ 'ਚ ਸਹਿਜ ਭਾਵਨਾ ਹੈ ਤਾਂ ਉਹਦੀ ਪਾਲਣਾ ਕਰੋ। ਤੁਸੀਂ ਪਾਓਗੇ ਕਿ ਬ੍ਰਹਿਮੰਡ
ਚੁੰਬਕ ਵਾਂਗ ਤੁਹਾਨੂੰ ਮੰਗੀਆਂ ਹੋਈਆਂ ਚੀਜ਼ਾਂ ਵੱਲ ਲੈ ਜਾ ਰਿਹਾ ਹੈ। ਬੌਬ ਪ੍ਰੈਕਟਰ ਅਨੁਸਾਰ ਤੁਸੀਂ ਆਪਣੀ ਲੋੜ ਦੀ ਹਰ ਚੀਜ਼ ਨੂੰ ਆਕਰਸ਼ਿਤ ਕਰ ਲਓਗੇ। ਜੇ ਤੁਹਾਨੂੰ ਪੈਸੇ ਦੀ ਲੋੜ ਹੈ, ਤੁਸੀਂ ਉਹਨੂੰ ਆਕਰਸ਼ਿਤ ਕਰੋਗੇ। ਜੇ ਤੁਹਾਨੂੰ ਮਿੱਤਰਾਂ ਦੀ ਲੋੜ ਹੈ ਤਾਂ ਤੁਸੀਂ ਉਹਨਾਂ ਨੂੰ ਆਕਰਸ਼ਿਤ ਕਰੋਗੇ। ਜੇ ਤੁਹਾਨੂੰ ਕਿਸੇ ਖਾਸ ਕਿਤਾਬ ਦੀ ਲੋੜ ਹੈ ਤਾਂ ਤੁਸੀਂ ਉਹਨੂੰ ਆਕਰਸ਼ਿਤ ਕਰੋਗੇ। ਬਹਰਹਾਲ ਤੁਹਾਨੂੰ ਇਸ ਵੱਲ ਧਿਆਨ ਦੇਣਾ ਪਏਗਾ ਕਿ ਤੁਸੀਂ ਕਿਸ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ, ਕਿਉਂਕਿ ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੀਆਂ ਤਸਵੀਰਾਂ ਆਪਣੇ ਦਿਮਾਗ 'ਚ ਰੱਖਦੇ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਵੱਲ ਉਹ ਤੁਹਾਡੇ ਵੱਲ ਆਕਰਸ਼ਿਤ ਹੋਣਗੀਆਂ। ਉਹ ਚੀਜ਼ਾਂ ਸੱਚਮੁੱਚ ਤੁਹਾਡੇ ਮਾਧਿਅਮ ਨਾਲ ਸਾਕਾਰ ਹੋ ਜਾਂਦੀਆਂ ਹਨ ਤੇ ਹਕੀਕਤ 'ਚ ਬਦਲ ਜਾਂਦੀਆਂ ਹਨ, ਤੇ ਇਹ ਆਕਰਸ਼ਣ ਦੇ ਨਿਯਮ ਕਾਰਨ ਹੀ ਹੁੰਦਾ ਹੈ। ਯਾਦ ਰੱਖੋ ਕਿ ਤੁਸੀਂ ਇੱਕ ਚੁੰਬਕ ਹੋ ਤੇ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਜਦੋਂ ਤੁਸੀਂ ਸਪਸ਼ਟਤਾ ਨਾਲ ਸੋਚ ਲੈਂਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਣ ਲਈ ਚੁੰਬਕ ਬਣ ਜਾਂਦੇ ਹੋ। ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਚਾਹੁੰਦੇ ਹੋ ਉਹ ਤੁਹਾਡੇ ਵੱਲ ਚੁੰਬਕੀ ਆਕਰਸ਼ਣ ਨਾਲ ਖਿੱਚੀਆਂ ਚਲੀਆਂ ਆਉਣਗੀਆਂ। ਤੁਸੀਂ ਜਿੰਨਾ ਜ਼ਿਆਦਾ ਅਭਿਆਸ ਕਰੋਗੇ ਤੇ ਆਕਰਸ਼ਣ ਦੇ ਨਿਯਮ ਨੂੰ ਆਪਣੇ ਵੱਲ ਜਿੰਨੀਆਂ ਜ਼ਿਆਦਾ ਚੀਜ਼ਾਂ ਲਿਆਉਂਦੇ ਦੇਖੋਗੇ, ਤੁਸੀਂ ਉਨੇ ਹੀ ਜ਼ਿਆਦਾ ਵੱਡੇ ਚੁੰਬਕ ਬਣ ਜਾਓਗੇ, ਕਿਉਂਕਿ ਤੁਸੀਂ ਆਸਥਾ, ਵਿਸ਼ਵਾਸ ਤੇ ਗਿਆਨ ਦੀ ਸ਼ਕਤੀ ਦਾ ਪ੍ਰਯੋਗ ਕੀਤਾ ਹੈ। ਮਾਈਕਲ ਬਰਨਾਰਡ ਬੇਕਵਿਥ ਅਨੁਸਾਰ ਤੁਸੀਂ ਸਿਫਰ ਤੋਂ ਸ਼ੁਰੂ ਕਰ ਸਕਦੇ ਹੋ, ਕਿਉਂਕਿ ਸਿਫਰ ਤੋਂ ਬਿਨਾਂ ਰਾਹ ਵਾਲੀ ਥਾਂ ਤੇ ਇੱਕ ਰਾਹ ਬਣਾ ਦਿੱਤੀ ਜਾਏਗੀ। ਤੁਹਾਨੂੰ ਸਿਰਫ ਮਨਚਾਹੀ ਚੀਜ਼ ਦੀ ਸਾਕਾਰ ਕਲਪਨਾ ਕਰਨ ਦੀ ਸਮਰੱਥਾ ਦੀ ਲੋੜ ਹੈ। ਮਾਨਵ ਜਾਤੀ ਦੇ ਇਤਿਹਾਸ 'ਚ ਅੱਜ ਤੱਕ ਜਿਹੜੀ ਵੀ ਚੀਜ਼ ਖੋਜੀ ਤੇ ਬਣਾਈ ਗਈ ਹੈ ਉਹ ਇੱਕ ਵਿਚਾਰ ਨਾਲ ਆਰੰਭ ਹੋਈ ਸੀ। ਉਸ ਇੱਕ ਵਿਚਾਰ ਨਾਲ ਇੱਕ ਰਾਹ ਬਣੀ, ਉਹ ਚੀਜ਼ ਅਦ੍ਰਿਸ਼ ਤੋਂ ਦ੍ਰਿਸ਼ ਵਿੱਚ ਪ੍ਰਗਟ ਹੋ ਗਈ। ਜੈਕ ਕੈਨਫੀਲਡ ਅਨੁਸਾਰ ਇਸ ਤਰ੍ਹਾਂ ਸੋਚੋ ਕਿ ਤੁਸੀਂ ਰਾਤ 'ਚ ਕਾਰ ਚਲਾ ਰਹੇ ਹੋ। ਹੈਡਲਾਈਟਾਂ ਦੀ ਰੋਸ਼ਨੀ ਸਿਰਫ 100 ਤੋਂ 200 ਫੁੱਟ ਅੱਗੇ ਤੱਕ ਜਾਂਦੀ ਹੈ। ਤੁਸੀਂ ਕੈਲੀਫੋਰਨੀਆ ਤੋਂ ਨਿਊਯਾਰਕ ਤੱਕ ਪੂਰੀ ਰਾਹ ਹਨੇਰੇ 'ਚ ਕਾਰ ਚਲਾ ਸਕਦੇ ਹੋ, ਕਿਉਂਕਿ ਤੁਹਾਨੂੰ ਬਸ ਅਗਲੇ 200 ਫੁੱਟ ਤੱਕ ਹੀ ਦੇਖਣਾ ਪੈਂਦਾ ਹੈ। ਜ਼ਿੰਦਗੀ ਵੀ ਸਾਡੇ ਸਾਹਮਣੇ ਇਸੇ ਤਰ੍ਹਾਂ ਪ੍ਰਗਟ ਹੁੰਦੀ ਹੈ। ਜੇ ਤੁਸੀਂ ਬਸ ਇੰਨਾ ਭਰੋਸਾ ਕਰ ਲਓ ਕਿ ਇਸ ਤੋਂ ਬਾਅਦ ਅਗਲੇ 200 ਫੁੱਟ ਪ੍ਰਗਟ ਹੋਣਗੇ, ਉਸ ਤੋਂ ਬਾਅਦ ਅਗਲੇ 200 ਫੁੱਟ, ਤਾਂ ਇੰਜ ਤੁਹਾਡੀ ਜ਼ਿੰਦਗੀ ਪ੍ਰਗਟ ਹੁੰਦੀ ਰਹੇਗੀ ਤੇ ਆਖਰ ਤੁਹਾਨੂੰ ਮਨਚਾਹੀ ਚੀਜ਼ ਦੀ ਦਿਸ਼ਾ ਵੱਲ ਲੈ ਜਾਏਗੀ, ਕਿਉਂਕਿ ਤੁਸੀਂ ਉਹਨੂੰ ਸੱਚਮੁੱਚ ਹੀ ਪਾਉਣਾ ਚਾਹੁੰਦੇ ਹੋ। ਬ੍ਰਹਿਮੰਡ ਤੇ ਭਰੋਸਾ ਰੱਖੋ, ਯਕੀਨ ਰੱਖੋ, ਆਸਥਾ ਰੱਖੋ। ਮੈਨੂੰ ਸੱਚਮੁੱਚ ਜ਼ਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਰਹੱਸ ਦੇ ਗਿਆਨ ਨੂੰ ਫਿਲਮ ਦੇ ਪਰਦੇ ਤੇ ਕਿਵੇਂ ਉਤਾਰ ਸਕਾਂਗੀ। ਮੈਂ ਬਸ ਭਵਿੱਖ ਦ੍ਰਿਸ਼ਟੀ ਦਾ ਸਿੱਟਾ ਦੇਖਿਆ। ਮੈਂ ਆਪਣੇ ਮਸਤਿਸ਼ਕ 'ਚ ਸਿੱਟੇ ਨੂੰ ਸਪਸ਼ਟਤਾ ਨਾਲ ਦੇਖਿਆ। ਮੈਂ ਇਹਨੂੰ ਪੂਰੀ ਸ਼ਕਤੀ ਨਾਲ ਮਹਿਸੂਸ ਕੀਤਾ ਤੇ ਦ ਸੀਕ੍ਰੇਟ ਨੂੰ ਬਣਾਉਣ 'ਚ ਸਾਨੂੰ ਜਿਸ ਚੀਜ਼ ਦੀ ਲੋੜ ਸੀ ਉਹ ਹਰ ਚੀਜ਼ ਸਾਡੇ ਕੋਲ ਆ ਗਈ। ਆਸਥਾ ਨਾਲ ਪਹਿਲਾ ਕਦਮ ਚੁੱਕੋ। ਤੁਹਾਨੂੰ ਸਾਰੀ ਪੌੜੀ ਦੇਖਣ ਦੀ ਲੋੜ ਨਹੀਂ ਹੈ, ਬਸ ਪਹਿਲਾ ਕਦਮ ਚੁੱਕ ਲਓ। ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਅਨੁਸਾਰ ਰਹੱਸ ਤੇ ਤੁਹਾਡਾ ਸਰੀਰ। ਆਓ ਹੁਣ ਅਸੀਂ ਸਿਰਜਣਾਤਮਕ ਪ੍ਰਕਿਰਿਆ ਦਾ ਇਸਤੇਮਾਲ ਉਹਨਾਂ ਲੋਕਾਂ ਦੇ ਲਾਹੇ ਲਈ ਕਰਦੇ ਹਾਂ ਜਿਹੜੇ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਭਾਰ ਜ਼ਿਆਦਾ ਹੈ, ਜਿਹੜੇ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ। ਪਹਿਲੀ ਗੱਲ ਤਾਂ ਜਾਣ ਲਓ, ਜੇ ਤੁਸੀਂ ਭਾਰ ਘੱਟ ਕਰਨ ਦੇ ਧਿਆਨ ਕੇਂਦਰਿਤ ਕਰੋਗੇ ਤਾਂ ਤੁਹਾਡਾ ਭਾਰ ਘੱਟ ਨਹੀਂ ਹੋ ਪਾਏਗਾ, ਕਿਉਂਕਿ ਤੁਸੀਂ ਹਮੇਸ਼ਾ ਭਾਰ ਘੱਟ ਕਰਨ ਦੇ ਵਿਚਾਰ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਇਸ ਲਈ ਭਾਰ ਘੱਟ ਕਰਨ ਦੇ ਖਿਆਲ ਨੂੰ ਆਪਣੇ ਦਿਮਾਗ ਤੋਂ ਕੱਢ ਦਿਓ। ਇਸੇ ਕਾਰਨ ਡਾਈਟਿੰਗ ਸਫਲ ਨਹੀਂ ਹੁੰਦੀ, ਕਿਉਂਕਿ ਤੁਸੀਂ ਭਾਰ ਘੱਟ ਕਰਨ ਤੇ ਧਿਆਨ ਕੇਂਦਰਿਤ ਕਰਦੇ ਹੋ। ਇਸ ਲਈ ਤੁਸੀਂ ਲਗਾਤਾਰ ਭਾਰ ਘੱਟ ਕਰਨ ਵੱਲ ਆਕਰਸ਼ਿਤ ਹੁੰਦੇ ਹੋ। ਦੂਜੀ ਗੱਲ ਇਹ ਜਾਣਨਾ ਹੈ ਕਿ ਜ਼ਿਆਦਾ ਭਾਰ ਦੀ ਸਥਿਤੀ ਇਸ ਬਾਰੇ 'ਚ ਵਿਚਾਰ ਕਰਨ ਕਾਰਨ ਪੈਦਾ ਹੋਈ ਹੈ। ਸਭ ਤੋਂ ਬੁਨਿਆਦੀ ਸ਼ਬਦਾਵਲੀ 'ਚ ਜੇ ਕਿਸੇ ਦਾ ਭਾਰ ਜ਼ਿਆਦਾ ਹੈ ਤਾਂ ਇਹ ਮੋਟੇ ਵਿਚਾਰ ਸੋਚਣ ਕਰਕੇ ਹੋਇਆ, ਭਾਵੇਂ ਉਸ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ। ਦੁਬਲੇ ਵਿਚਾਰ ਸੋਚ ਕੇ ਕੋਈ ਮੋਟਾ ਨਹੀਂ ਹੋ ਸਕਦਾ। ਇਹ ਆਕਰਸ਼ਣ ਦੇ ਨਿਯਮ ਦੀ ਬਿਲਕੁਲ ਅਵਹੇਲਨਾ ਹੋਏਗੀ। ਭਾਵੇਂ ਲੋਕਾਂ ਨੂੰ ਇਹ ਦੱਸਿਆ ਗਿਆ ਹੋਵੇ ਕਿ ਉਹਨਾਂ ਦੀ ਥਾਇਰਾਇਡ ਗ੍ਰੰਥੀ ਹੌਲੀ ਗਤੀ ਨਾਲ ਕੰਮ ਕਰਦੀ ਹੈ, ਉਹਨਾਂ ਦੇ ਪਚਾਉਣ ਮੈਟਾਬੋਲਿਜ਼ਮ ਦੀ ਕਿਰਿਆ ਹੌਲੀ ਹੈ, ਜਾਂ ਉਹਨਾਂ ਦਾ ਮੋਟਾਪਾ ਜੱਦੀ ਹੈ, ਲੇਕਿਨ ਇਹ ਸਾਰੀਆਂ ਚੀਜ਼ਾਂ ਮੋਟੇ ਵਿਚਾਰ ਸੋਚਣ ਦੇ ਬਹਾਨੇ ਹਨ। ਜੇ ਤੁਸੀਂ ਇਹਨਾਂ 'ਚੋਂ ਕਿਸੇ ਵੀ ਸਥਿਤੀ ਨੂੰ ਆਪਣੇ ਤੇ ਲਾਗੂ ਕਰਦੇ ਹੋ ਤਾਂ ਇਸ ਉੱਤੇ ਯਕੀਨ ਕਰਦੇ ਹੋ ਤਾਂ ਇਹ ਤੁਹਾਡਾ ਅਨੁਭਵ ਬਣ ਜਾਏਗਾ ਤੇ ਤੁਸੀਂ ਜ਼ਿਆਦਾ ਭਾਰ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਰਹੋਗੇ।
2 ਧੀਆਂ ਹੋਣ ਤੋਂ ਬਾਅਦ ਮੇਰਾ ਭਾਰ ਵੱਧ ਗਿਆ। ਮੈਂ ਜਾਣਦੀ ਹਾਂ ਕਿ ਉਹਨਾਂ ਸੁਨੇਹਾ ਨੂੰ ਸੁਣਨ ਤੇ ਪੜ੍ਹਨ ਕਾਰਨ ਹੋਇਆ ਸੀ, ਜਿਹਦੇ ਮੁਤਾਬਕ ਇੱਕ ਬੱਚਾ ਪੈਦਾ ਹੋਣ ਤੋਂ ਬਾਅਦ ਭਾਰ ਘੱਟ ਰੱਖਣਾ ਮੁਸ਼ਕਿਲ ਹੁੰਦਾ ਹੈ। ਦੂਜੇ ਬੱਚੇ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ। ਮੈਂ ਮੋਟੇ ਵਿਚਾਰਾਂ ਨੂੰ ਸੱਦਿਆ ਤੇ ਮੇਰਾ ਅਨੁਭਵ ਬਣ ਗਏ। ਮੈਂ ਸੱਚਮੁੱਚ ਹੀ ਮੋਟੀ ਹੋ ਗਈ ਤੇ ਮੈਂ ਆਪਣੇ ਮੋਟਾਪੇ ਵੱਲ ਜਿੰਨਾ ਧਿਆਨ ਦਿੱਤਾ, ਉਨੀ ਜ਼ਿਆਦਾ ਮੋਟਾਪੇ ਨੂੰ ਆਪਣੇ ਵੱਲ ਖਿੱਚਣ ਲੱਗੀ। ਮਧਰੀ ਹੋਣ ਦੇ ਬਾਵਜੂਦ ਮੇਰਾ ਭਾਰ 143 ਪਾਉਂਡ ਹੋ ਗਿਆ, ਸਿਰਫ ਇਸ ਲਈ ਕਿਉਂਕਿ ਮੇਰੇ ਮਨ 'ਚ ਮੋਟੇ ਵਿਚਾਰ ਸਨ। ਆਮ ਲੋਕਾਂ ਵਾਂਗ ਹੀ ਮੈਂ ਵੀ ਸੋਚਦੀ ਸੀ ਕਿ ਮੇਰਾ ਭਾਰ ਖਾਣ ਪੀਣ ਦੇ ਕਾਰਨ ਵਧਿਆ ਹੈ। ਇਸ ਧਾਰਨਾ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਤੇ ਹੁਣ ਮੈਂ ਇਹਨੂੰ ਨਿਰੀ ਬਕਵਾਸ ਮੰਨਦੀ ਹਾਂ। ਖੁਰਾਕ ਦੇ ਕਾਰਨ ਭਾਰ ਨਹੀਂ ਵੱਧਦਾ। ਜੇ ਖੁਰਾਕ ਤੁਹਾਡਾ ਭਾਰ ਵਧਾਉਂਦੀ ਹੈ ਤਾਂ ਇੰਜ ਤੁਹਾਡੇ ਵਿਚਾਰਾਂ ਕਾਰਨ ਹੁੰਦਾ ਹੈ। ਖੁਰਾਕ ਨਾਲ ਭਾਰ ਵੱਧਦਾ ਹੈ। ਯਾਦ ਰੱਖੋ, ਵਿਚਾਰ ਹੀ ਹਰ ਚੀਜ਼ ਦਾ ਮੁੱਢਲਾ ਕਾਰਨ ਹਨ। ਬਾਕੀ ਚੀਜ਼ਾਂ ਉਹਨਾਂ ਵਿਚਾਰਾਂ ਦਾ ਨਤੀਜਾ। ਉੱਤਮ ਵਿਚਾਰ ਸੋਚੋਗੇ ਤਾਂ ਭਾਰ ਵੀ ਉੱਤਮ ਹੋਏਗਾ। ਸਾਰੇ ਸੀਮਤ ਕਰਨ ਵਾਲੇ ਵਿਚਾਰਾਂ ਨੂੰ ਦਿਮਾਗ ਤੋਂ ਕੱਢ ਦਿਓ। ਖੁਰਾਕ ਤੁਹਾਡਾ ਭਾਰ ਉਦੋਂ ਤੱਕ ਨਹੀਂ ਵਧਾ ਸਕਦੀ ਜਦੋਂ ਤੱਕ ਤੁਸੀਂ ਇਹ ਨਾ ਸੋਚ ਲਓ ਕਿ ਇੰਜ ਕਰ ਸਕਦੀ ਹੈ। ਉੱਤਮ ਭਾਰ ਦੀ ਪਰਿਭਾਸ਼ਾ ਉਹ ਵਜ਼ਨ ਹੈ ਜਿਹੜਾ ਤੁਹਾਨੂੰ ਵਧੀਆ ਮਹਿਸੂਸ ਹੋਵੇ। ਕਿਸੇ ਦੂਜੇ ਦਾ ਮਸ਼ਵਰਾ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਉਹ ਉੱਤਮ ਭਾਰ ਹੈ ਜਿਸ 'ਚ ਤੁਸੀਂ ਵਧੀਆ ਮਹਿਸੂਸ ਕਰਦੇ ਹੋ। ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਤੁਸੀਂ ਕਿਸੇ ਇਹੋ ਜਿਹੇ ਦੁਬਲੇ ਵਿਅਕਤੀ ਨੂੰ ਜਾਣਦੇ ਹੋਗੇ ਜਿਹੜਾ ਘੋੜਿਆਂ ਵਾਂਗ ਰੱਜ ਕੇ ਖਾਣ ਤੋਂ ਬਾਅਦ ਅਣਖ ਨਾਲ ਐਲਾਨ ਕਰਦਾ ਹੋਏਗਾ ਕਿ ਮੈਂ ਜਿੰਨਾ ਚਾਹਾਂ ਖਾ ਸਕਦਾ, ਲੇਕਿਨ ਮੇਰਾ ਭਾਰ ਹਮੇਸ਼ਾ ਉੱਤਮ ਰਹਿੰਦਾ ਹੈ। ਤੇ ਬ੍ਰਹਿਮੰਡ ਦਾ ਜਿੰਨ ਕਹਿੰਦਾ ਹੈ, ਤੁਹਾਡੀ ਇੱਛਾ ਹੀ ਮੇਰੇ ਲਈ ਹੁਕਮ ਹਨ। ਸਿਰਜਣਾਤਮਕ ਪ੍ਰਕਿਰਿਆ ਦਾ ਪ੍ਰਯੋਗ ਕਰਕੇ ਆਪਣੇ ਉੱਤਮ ਭਾਰ ਤੇ ਸਰੀਰ ਨੂੰ ਆਕਰਸ਼ਿਤ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ। ਪਹਿਲਾ ਕਦਮ, ਮੰਗਾਂ। ਉਸ ਭਾਰ 'ਚ ਸਪਸ਼ਟਤਾ ਨਾਲ ਸੋਚੋ ਜਿਹੜਾ ਤੁਸੀਂ ਪਾਉਣਾ ਚਾਹੁੰਦੇ ਹੋ। ਆਪਣੇ ਦਿਮਾਗ 'ਚ ਸਪਸ਼ਟ ਤਸਵੀਰ ਰੱਖੋ ਕਿ ਆਦਰਸ਼ ਭਾਰ ਹੋਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਿਖੋਗੇ। ਤੁਸੀਂ ਆਦਰਸ਼ ਭਾਰ ਦੀਆਂ ਤਸਵੀਰਾਂ ਸਾਹਮਣੇ ਰੱਖੋ ਤੇ ਉਹਨਾਂ ਵੱਲ ਅਕਸਰ ਦੇਖੋ। ਜੇ ਤੁਹਾਡੇ ਕੋਲ ਆਪਣੀ ਖੁਦ ਦੀਆਂ ਤਸਵੀਰਾਂ ਨਾ ਹੋਣ ਤਾਂ ਮਨ ਚਾਹੇ ਸਰੀਰ ਦੀ ਦੂਜੀਆਂ ਤਸਵੀਰਾਂ ਅਕਸਰ ਵੇਖਦੇ ਰਹੋ। ਕਦਮ 2, ਯਕੀਨ ਕਰੋ। ਤੁਹਾਨੂੰ ਯਕੀਨ ਕਰਨਾ ਪਏਗਾ ਕਿ ਤੁਹਾਨੂੰ ਮਿਲੇਗਾ। ਤੁਹਾਨੂੰ ਵਿਸ਼ਵਾਸ ਕਰਨਾ ਹੋਏਗਾ ਕਿ ਤੁਹਾਡਾ ਭਾਰ ਉੱਤਮ ਹੋ ਚੁੱਕਿਆ ਹੈ। ਤੁਹਾਨੂੰ ਇਸ ਤਰ੍ਹਾਂ ਕਲਪਨਾ ਕਰਨੀ ਹੋਏਗੀ, ਨਾਟਕ ਕਰਨਾ ਹੋਏਗਾ, ਐਕਟਿੰਗ ਕਰਨੀ ਹੋਏਗੀ ਜਿਵੇਂ ਤੁਹਾਡਾ ਭਾਰ ਆਦਰਸ਼ ਹੋ ਚੁੱਕਿਆ। ਤੁਹਾਨੂੰ ਖੁਦ ਨੂੰ ਆਦਰਸ਼ ਭਾਰ ਪਾਉਂਦੇ ਹੋਏ ਦੇਖਣਾ ਹੋਏਗਾ। ਤੁਹਾਡਾ ਮਨ ਚਾਹਾ ਭਾਰ ਲਿਖ ਕੇ ਆਪਣੀ ਭਾਰ ਤੋਲਣ ਦੀ ਮਸ਼ੀਨ ਦੇ ਰੀਡ ਆਊਟ ਤੇ ਰੱਖ ਦਿਓ ਜਾਂ ਖੁਦ ਦਾ ਭਾਰ ਨਾ ਲਓ। ਤੁਹਾਡੇ ਆਪਣੇ ਵਿਚਾਰਾਂ, ਸ਼ਬਦਾਂ ਤੇ ਕਾਰਜਾਂ 'ਚ ਜੋ ਮੰਗਿਆ ਉਸ ਗੱਲ ਨੂੰ ਨਾ ਕੱਟੋ। ਆਪਣੇ ਵਰਤਮਾਨ ਭਾਰ ਦੇ ਹਿਸਾਬ ਨਾਲ ਕੱਪੜੇ ਨਾ ਖਰੀਦੋ। ਪ੍ਰਤੀਤ ਕਰੋ ਕਿ ਇਹਨਾਂ ਕੱਪੜਿਆਂ ਤੇ ਧਿਆਨ ਕੇਂਦਰਿਤ ਕਰੋ ਜਿਨ੍ਹਾਂ ਨੂੰ ਭਵਿੱਖ 'ਚ ਖਰੀਦੋਗੇ। ਆਦਰਸ਼ ਭਾਰ ਨੂੰ ਆਕਰਸ਼ਿਤ ਕਰਨਾ ਬ੍ਰਹਿਮੰਡ ਦੇ ਕੈਟਾਲੌਗ 'ਚ ਆਰਡਰ ਦੇਣ ਵਰਗਾ ਹੀ ਹੈ। ਤੁਸੀਂ ਕੈਟਾਲੌਗ 'ਚ ਦੇਖਦੇ ਹੋ, ਆਦਰਸ਼ ਭਾਰ ਚੁਣਦੇ ਹੋ, ਆਪਣਾ ਆਰਡਰ ਦਿੰਦੇ ਹੋ ਤੇ ਤੁਹਾਡਾ ਆਰਡਰ ਕੀਤਾ ਹੋਇਆ ਭਾਰ ਤੁਹਾਡੇ ਤੱਕ ਪਹੁੰਚ ਜਾਂਦਾ ਹੈ। ਆਪਣੇ ਆਦਰਸ਼ ਭਾਰ ਵਾਲੇ ਲੋਕਾਂ ਦੀ ਤਲਾਸ਼ ਕਰੋ, ਉਹਨਾਂ ਦੀ ਸ਼ਲਾਘਾ ਕਰੋ ਤੇ ਦਿਲੀ ਦਿਲ ਉਹਨਾਂ ਦੀ ਤਾਰੀਫ ਕਰਨ ਦਾ ਨਿਸ਼ਚਾ ਕਰੋ। ਜਦੋਂ ਤੁਸੀਂ ਉਹਨਾਂ ਦੀ ਸ਼ਲਾਘਾ ਕਰਦੇ ਹੋ ਤੇ ਉਸ ਭਾਵਨਾ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਉਸ ਆਦਰਸ਼ ਭਾਰ ਨੂੰ ਸੱਦਾ ਦੇ ਰਹੇ ਹੋ। ਜੇ ਜ਼ਿਆਦਾ ਭਾਰ ਵਾਲੇ ਲੋਕ ਨਜ਼ਰ ਆਉਣ ਤਾਂ ਉਹਨਾਂ ਤੇ ਧਿਆਨ ਨਾ ਦਿਓ, ਬਲਕਿ ਤੁਰੰਤ ਆਪਣਾ ਧਿਆਨ ਮੋੜ ਕੇ ਆਪਣੇ ਆਦਰਸ਼ ਸਰੀਰ ਵਾਲੀ ਤਸਵੀਰ ਤੇ ਲੈ ਜਾਓ ਤੇ ਉਹਨੂੰ ਮਹਿਸੂਸ ਕਰੋ। ਤੀਸਰਾ ਕਦਮ ਹੈ, ਪ੍ਰਾਪਤ ਕਰੋ। ਤੁਹਾਨੂੰ ਚੰਗਾ ਮਹਿਸੂਸ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਬਾਰੇ 'ਚ ਚੰਗਾ ਮਹਿਸੂਸ ਕਰਨਾ ਚਾਹੀਦਾ ਹੈ। ਇਹ ਮਹੱਤਵਪੂਰਨ ਹੈ। ਜੇ ਤੁਸੀਂ ਇਸ ਵੇਲੇ ਆਪਣੇ ਸਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ ਤਾਂ ਫਿਰ ਤੁਸੀਂ ਆਪਣੇ ਆਦਰਸ਼ ਭਾਰ ਨੂੰ ਆਕਰਸ਼ਿਤ ਨਹੀਂ ਕਰ ਸਕਦੇ। ਜੇ ਤੁਸੀਂ ਆਪਣੇ ਸਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ ਤਾਂ ਇੱਕ ਸਸ਼ਕਤ ਭਾਵ ਹੈ ਕਿ ਤੁਸੀਂ ਆਪਣੇ ਸਰੀਰ ਦੇ ਬਾਰੇ 'ਚ ਮਾੜੇ ਭਾਵਾਂ ਨੂੰ ਆਕਰਸ਼ਿਤ ਕਰਦੇ ਰਹੋਗੇ। ਜੇ ਤੁਸੀਂ ਆਪਣੇ ਸਰੀਰ ਦੀ ਆਲੋਚਨਾ ਕਰੋਗੇ ਤੇ ਇਸ 'ਚ ਕਮੀਆਂ ਖੋਜਦੇ ਰਹੋਗੇ ਤਾਂ ਤੁਸੀਂ ਇਸ ਕਦੇ ਨਹੀਂ ਬਦਲ ਸਕਦੇ। ਸੱਚ ਤਾਂ ਇਹ ਹੈ ਕਿ ਇਸ ਨਾਲ ਤੁਸੀਂ ਜ਼ਿਆਦਾ ਭਾਰ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਆਪਣੇ ਸਰੀਰ ਦੇ ਰੋਮ ਰੋਮ ਦੀ ਤਾਰੀਫ ਕਰੋ, ਰੱਬ ਦਾ ਸ਼ੁਕਰ ਕਰੋ। ਆਪਣੇ ਬਾਰੇ ਸਾਰੀਆਂ ਉੱਤਮ ਗੱਲਾਂ ਸੋਚੋ। ਜਦੋਂ ਤੁਸੀਂ ਆਪਣੇ ਬਾਰੇ ਉੱਤਮ ਵਿਚਾਰ ਸੋਚਦੇ ਹੋ ਤੇ ਚੰਗਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੇ ਆਦਰਸ਼ ਭਾਰ ਦੀ ਫ੍ਰੀਕੁਐਂਸੀ ਤੇ ਹੋ ਤੇ ਆਦਰਸ਼ ਭਾਰ ਨੂੰ ਸੱਦਾ ਦੇ ਰਹੇ ਹੋ।
ਤਾਂ ਤੁਸੀਂ ਆਪਣੇ ਆਦਰਸ਼ ਭਾਰ ਦੀ ਫ੍ਰੀਕੁਐਂਸੀ ਤੇ ਹੋ ਤੇ ਆਦਰਸ਼ ਭਾਰ ਨੂੰ ਸੱਦਾ ਦੇ ਰਹੇ ਹੋ। ਵੈਲਿਸ ਵੇਟਲੈਸ ਆਪਣੀ ਇਸ ਇੱਕ ਪੁਸਤਕ 'ਚ ਖਾਣ ਬਾਰੇ ਇੱਕ ਅਦਭੁਤ ਸਲਾਹ ਦਿੰਦੇ ਆ। ਉਹ ਸਲਾਹ ਦਿੰਦੇ ਆ ਕਿ ਖਾਣ ਵੇਲੇ ਚਬਾਉਣ ਦੇ ਅਨੁਭਵ ਤੇ ਪੂਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਆਪਣੇ ਮਸਤਿਸ਼ਕ ਨੂੰ ਉਹਦੇ ਕੇਂਦਰਿਤ ਕਰੋ ਤੇ ਖਾਣਾ ਖਾਣ ਦੀ ਅਨੁਭੂਤੀ ਨੂੰ ਮਹਿਸੂਸ ਕਰੋ। ਆਪਣੇ ਦਿਮਾਗ ਨੂੰ ਦੂਜੀਆਂ ਗੱਲਾਂ ਵੱਲ ਨਾ ਭਟਕਣ ਦਿਓ। ਆਪਣੇ ਸਰੀਰ ਤੇ ਧਿਆਨ ਕੇਂਦਰਿਤ ਕਰੋ ਤੇ ਆਪਣੇ ਮੂੰਹ 'ਚ ਭੋਜਨ ਚਬਾਉਣ ਦੀਆਂ ਅਨੁਭੂਤੀਆਂ ਦਾ ਆਨੰਦ ਮਾਣੋ। ਅਗਲੀ ਵਾਰ ਖਾਣਾ ਖਾਣ ਵੇਲੇ ਇਹਨੂੰ ਅਜ਼ਮਾ ਕੇ ਦੇਖੋ। ਖਾਣ ਵੇਲੇ ਜਦੋਂ ਤੁਹਾਡਾ ਸਾਰਾ ਧਿਆਨ ਇਹਦੇ ਕੇਂਦਰਿਤ ਹੁੰਦਾ ਹੈ ਤਾਂ ਇਹਦਾ ਸਵਾਦ ਬਹੁਤ ਵਧੀਆ ਤੇ ਜ਼ਾਇਕੇਦਾਰ ਹੁੰਦਾ ਹੈ। ਧਿਆਨ ਭਟਕਣ ਤੇ ਸਵਾਦ ਤਕਰੀਬਨ ਗਾਇਬ ਹੋ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਆਪਣੇ ਭੋਜਨ ਨੂੰ ਪੂਰੇ ਧਿਆਨ ਨਾਲ ਖਾਓ, ਉਹਦੇ ਆਨੰਦ ਦੇ ਅਨੁਭਵ ਤੇ ਪੂਰਾ ਧਿਆਨ ਕੇਂਦਰਿਤ ਕਰੋ ਤਾਂ ਭੋਜਨ ਸਾਡੇ ਸਰੀਰ 'ਚ ਆਦਰਸ਼ ਰੂਪ 'ਚ ਪਚ ਜਾਂਦਾ ਹੈ। ਸਿੱਟੇ ਵਜੋਂ ਸਾਨੂੰ ਆਦਰਸ਼ ਭਾਰ ਮਿਲ ਜਾਂਦਾ ਹੈ। ਭਾਰ ਦੀ ਮੇਰੀ ਆਪਣੀ ਕਹਾਣੀ ਦਾ ਅੰਤ ਇਹ ਹੈ ਕਿ ਹੁਣ ਮੇਰਾ ਭਾਰ 116 ਪਾਉਂਡ ਹੈ, ਜਿਹੜਾ ਮੇਰੇ ਹਿਸਾਬ ਨਾਲ ਆਦਰਸ਼ ਹੈ ਤੇ ਮੈਂ ਜੋ ਚਾਹਾਂ ਖਾ ਸਕਦੀ ਹਾਂ। ਅਸਲ ਗੱਲ ਇਹ ਹੈ ਕਿ ਆਪਣੇ ਆਦਰਸ਼ ਭਾਰ ਤੇ ਧਿਆਨ ਕੇਂਦਰਿਤ ਕਰੋ। ਇਸ ਵਿੱਚ ਕਿੰਨਾ ਸਮਾਂ ਲੱਗਦਾ ਹੈ? ਡਾਕਟਰ ਜੋ ਵਿਟਾਲ ਅਨੁਸਾਰ ਲੋਕ ਇੱਕ ਹੋਰ ਸਵਾਲ ਪੁੱਛਦੇ ਆ, ਉਹ ਕਾਰ ਵਿਅਕਤੀ ਪੈਸੇ ਦੇ ਪ੍ਰਗਟ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ? ਮੇਰੇ ਕੋਲ ਕੋਈ ਨੇਮ ਪੁਸਤਕਾਂ ਨਹੀਂ ਜਿਸ 'ਚ ਲਿਖਿਆ ਹੋਵੇ ਕਿ ਇਸ 'ਚ 30 ਮਿੰਟ ਜਾਂ 3 ਦਿਨ ਜਾਂ 30 ਦਿਨ ਲੱਗਣਗੇ। ਇਹ ਤਾਂ ਤੁਹਾਡੇ ਤੇ ਬ੍ਰਹਿਮੰਡ ਦੇ ਨਾਲ ਮੇਲ ਹੋਣ ਜਾਂ ਸੁਣਨ ਦਾ ਮਾਮਲਾ ਹੈ। ਸਮਾਂ ਇੱਕ ਭਰਮ ਹੈ। ਆਇਨਸਟਾਈਨ ਨੇ ਸਾਨੂੰ ਇਹ ਗੱਲ ਦੱਸੀ ਹੈ। ਜੇਕਰ ਤੁਸੀਂ ਇਹ ਗੱਲ ਪਹਿਲੀ ਵਾਰੀ ਸੁਣੀ ਹੈ ਤਾਂ ਸ਼ਾਇਦ ਤੁਹਾਨੂੰ ਇਹ ਧਾਰਨਾ ਸਮਝਣ ਮੁਸ਼ਕਿਲ ਲੱਗੇ, ਕਿਉਂਕਿ ਤੁਸੀਂ ਹਰ ਚੀਜ਼ ਨੂੰ ਇੱਕ ਤੋਂ ਬਾਅਦ ਇੱਕ ਹੁੰਦੇ ਦੇਖਦੇ ਹੋ। ਕੁਆਂਟਮ ਭੌਤਿਕ ਸ਼ਾਸਤਰੀ ਤੇ ਆਇਨਸਟਾਈਨ ਸਾਨੂੰ ਦੱਸਦੇ ਹਨ ਹਰ ਚੀਜ਼ ਇੱਕੋ ਵੇਲੇ ਹੋ ਰਹੀ ਹੈ। ਜੇਕਰ ਤੁਸੀਂ ਸਮਝ ਸਕੋ ਕਿ ਸਮੇਂ ਦੀ ਹੋਂਦ ਹੀ ਨਹੀਂ ਹੈ ਤੇ ਇਸ ਧਾਰਨਾ ਨੂੰ ਸਵੀਕਾਰ ਕਰ ਸਕੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਭਵਿੱਖ 'ਚ ਜੋ ਚਾਹੁੰਦੇ ਹੋ ਪਹਿਲਾਂ ਤੋਂ ਹੀ ਮੌਜੂਦ ਹੈ। ਜੇ ਹਰ ਚੀਜ਼ ਇੱਕੋ ਹੀ ਵੇਲੇ ਹੋ ਰਹੀ ਹੈ ਤਾਂ ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ ਉਹਦੇ ਨਾਲ ਤੁਹਾਡੇ ਸਮਾਨਾਂਤਰ ਪ੍ਰਤੀਰੂਪ ਪਹਿਲਾਂ ਤੋਂ ਹੀ ਮੌਜੂਦ ਹੈ। ਬ੍ਰਹਿਮੰਡ ਨੂੰ ਤੁਹਾਡੀ ਮਨ ਚਾਹੀ ਚੀਜ਼ ਪ੍ਰਗਟ ਕਰਨ 'ਚ ਥੋੜ੍ਹਾ ਜਿਹਾ ਵੀ ਸਮਾਂ ਨਹੀਂ ਲੱਗਦਾ। ਜਿਹੜੀ ਵੀ ਦੇਰੀ ਹੁੰਦੀ ਹੈ ਤੁਹਾਡੇ ਵੱਲੋਂ ਹੁੰਦੀ ਹੈ। ਤੁਸੀਂ ਯਕੀਨ ਕਰਨ, ਜਾਣਨ ਤੇ ਮਹਿਸੂਸ ਕਰਨ ਦੀ ਉਸ ਜਗ੍ਹਾ ਤੱਕ ਦੇਰੀ ਨਾਲ ਪੁੱਜਦੇ ਹੋ ਜਿੱਥੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਚੀਜ਼ ਤੁਹਾਡੇ ਕੋਲ ਪਹਿਲਾਂ ਤੋਂ ਹੀ ਮੌਜੂਦ ਹੈ। ਤੁਸੀਂ ਆਪਣੀ ਮਨ ਚਾਹੀ ਚੀਜ਼ ਦੀ ਫ੍ਰੀਕੁਐਂਸੀ ਤੱਕ ਪੁੱਜਣ 'ਚ ਸਮਾਂ ਲਾ ਦਿੰਦੇ ਹੋ। ਜਦੋਂ ਤੁਸੀਂ ਉਸ ਫ੍ਰੀਕੁਐਂਸੀ ਤੇ ਪੁੱਜ ਜਾਂਦੇ ਹੋ ਤਾਂ ਤੁਹਾਡੀ ਮਨ ਚਾਹੀ ਚੀਜ਼ ਪ੍ਰਗਟ ਹੋ ਜਾਂਦੀ ਹੈ। ਬੌਬ ਡਾਇਲ ਅਨੁਸਾਰ ਆਕਾਰ ਬ੍ਰਹਿਮੰਡ ਲਈ ਕੁਝ ਨਹੀਂ ਹੈ। ਵਿਗਿਆਨਕ ਪੱਧਰ ਤੇ ਕਿਸੇ ਵੱਡੀ ਚੀਜ਼ ਨੂੰ ਆਕਰਸ਼ਿਤ ਕਰਨਾ ਬੜੀ ਛੋਟੀ ਚੀਜ਼ ਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ। ਬ੍ਰਹਿਮੰਡ ਹਰ ਚੀਜ਼ ਬਿਨਾਂ ਕੋਸ਼ਿਸ਼ ਦੇ ਕਰਦਾ ਹੈ। ਘਾਹ ਪੁੰਗਰਨ ਵੇਲੇ ਤਣਾਅ 'ਚ ਨਹੀਂ ਆਉਂਦੀ ਹੈ, ਇਹ ਬਿਨਾਂ ਯਤਨ ਦੇ ਹੁੰਦਾ। ਇਹੀ ਤਾਂ ਮਹਾਨ ਨਿਯਮ ਹੈ। ਸਾਰਾ ਕੁਝ ਇਸੇ ਤੇ ਨਿਰਭਰ ਕਰਦਾ ਹੈ। ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ, ਸਾਰਾ ਕੁਝ ਇਸ ਤੇ ਨਿਰਭਰ ਕਰਦਾ ਹੈ। ਅਸੀਂ ਆਪਣੇ ਦਿਮਾਗ 'ਚ ਕੀ ਰੱਖਦੇ ਹਾਂ। ਅਸੀਂ ਆਮ ਕਰਕੇ ਕਹਿੰਦੇ ਹਾਂ ਇਹ ਵੱਡੀ ਚੀਜ਼ ਹੈ, ਇਸ 'ਚ ਥੋੜ੍ਹਾ ਸਮਾਂ ਲੱਗੇਗਾ। ਇਹ ਛੋਟੀ ਚੀਜ਼ ਹੈ, ਇਸ ਲਈ 1 ਘੰਟੇ ਦਾ ਸਮਾਂ ਕਾਫੀ ਹੈ। ਇਹ ਸਾਡੇ ਨਿਯਮ ਹੈ ਜਿਨ੍ਹਾਂ ਨੂੰ ਅਸੀਂ ਪਰਿਭਾਸ਼ਿਤ ਕਰਦੇ ਹਾਂ। ਬ੍ਰਹਿਮੰਡ 'ਚ ਦੇਰੀ ਦਾ ਕੋਈ ਨਿਯਮ ਨਹੀਂ ਹੈ। ਆਪਣੀ ਮਨ ਚਾਹੀ ਚੀਜ਼ ਇਸ ਵੇਲੇ ਪਾਉਣ ਦੀਆਂ ਭਾਵਨਾਵਾਂ ਲੈ ਆਓ, ਬ੍ਰਹਿਮੰਡ ਫੌਰਨ ਪ੍ਰਤੀਕਿਰਿਆ ਕਰੇਗਾ, ਭਾਵੇਂ ਉਹ ਚੀਜ਼ ਜਿਹੜੀ ਮਰਜ਼ੀ ਹੋਵੇ। ਬ੍ਰਹਿਮੰਡ ਲਈ ਸਮਾਂ ਜਾਂ ਆਕਾਰ ਦਾ ਕੋਈ ਮਹੱਤਵ ਨਹੀਂ ਹੁੰਦਾ। $1 ਨੂੰ ਪ੍ਰਗਟ ਕਰਨਾ ਵੀ ਉਸ ਲਈ ਓਨਾ ਹੀ ਸੌਖਾ ਜਿੰਨਾ ਕਿ $10 ਲੱਖ ਨੂੰ। ਪ੍ਰਕਿਰਿਆ ਹੋਈ ਹੈ। ਇੱਕ ਚੀਜ਼ ਬਹੁਤ ਛੇਤੀ ਆਉਂਦੀ ਹੈ, ਦੂਜੀ ਨੂੰ ਆਉਣ 'ਚ ਜ਼ਿਆਦਾ ਦੇਰ ਲੱਗਦੀ ਹੈ। ਇਸ ਦਾ ਇਕੱਲਾ ਕਾਰਨ ਤੁਹਾਡੀ ਇਹ ਸੋਚ ਸੀ ਕਿ $10 ਲੱਖ ਬਹੁਤ ਵੱਡੀ ਰਕਮ ਹੁੰਦੀ ਹੈ ਤੇ $1 ਬੜੀ ਛੋਟੀ। ਬੌਬ ਡਾਇਲ ਅਨੁਸਾਰ ਕੁਝ ਲੋਕਾਂ ਨੂੰ ਛੋਟੀਆਂ ਚੀਜ਼ਾਂ 'ਚ ਜ਼ਿਆਦਾ ਸੌਖ ਹੁੰਦੀ ਹੈ, ਇਸ ਲਈ ਅਸੀਂ ਕਈ ਵਾਰੀ ਕਹਿੰਦੇ ਹਾਂ ਛੋਟੀਆਂ ਚੀਜ਼ਾਂ ਨਾਲ ਸ਼ੁਰੂ ਕਰੋ, ਜਿਵੇਂ ਇੱਕ ਕੱਪ ਕੌਫੀ ਨਾਲ। ਅੱਜ ਇੱਕ ਕੱਪ ਕੌਫੀ ਆਕਰਸ਼ਿਤ ਕਰਨ ਦੀ ਭਾਵਨਾ ਰੱਖੋ। ਬੌਬ ਪ੍ਰੈਕਟਰ ਅਨੁਸਾਰ ਕਿਸੇ ਪੁਰਾਣੇ ਦੋਸਤ ਨਾਲ ਗੱਲ ਕਰਨ ਦੀ ਤਸਵੀਰ ਆਪਣੇ ਦਿਮਾਗ 'ਚ ਰੱਖੋ ਜਿਹਨੂੰ ਤੁਸੀਂ ਲੰਮੇ ਸਮੇਂ ਤੋਂ ਨਾ ਦੇਖਿਆ ਹੋਵੇ। ਕਿਸੇ ਨਾ ਕਿਸੇ ਤਰ੍ਹਾਂ ਕੋਈ ਤੁਹਾਡੇ ਨਾਲ ਉਸ ਬਾਰੇ ਗੱਲ ਕਰਨ ਲੱਗੇਗਾ। ਉਹ ਦੋਸਤ ਤੁਹਾਨੂੰ ਫੋਨ ਕਰੇਗਾ ਜਾਂ ਤੁਹਾਨੂੰ ਉਹਦੀ ਚਿੱਠੀ ਜਾਂ ਸੁਨੇਹਾ ਮਿਲੇਗਾ। ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਨਾ ਆਪਣੀਆਂ ਅੱਖਾਂ ਤੋਂ ਆਕਰਸ਼ਣ ਦੀ
ਨਿਯਮ ਦੀ ਸਟੀਕਤਾ ਦੇਖਣ ਦਾ ਸੌਖਾ ਤਰੀਕਾ ਹੈ। ਮੈਂ ਤੁਹਾਨੂੰ ਇੱਕ ਗੱਭਰੂ ਦੀ ਕਹਾਣੀ ਦੱਸਦੀ ਹਾਂ ਜਿਹਨੇ ਠੀਕ ਇਹੀ ਕੀਤਾ ਸੀ। ਉਹਨੇ ਦ ਸੀਕ੍ਰੇਟ ਫਿਲਮ ਦੇਖੀ ਤੇ ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹਨੇ ਆਪਣੇ ਦਿਮਾਗ 'ਚ ਇੱਕ ਖੰਭ ਦੀ ਤਸਵੀਰ ਬਣਾਈ ਤੇ ਸੁਨਿਸ਼ਚਿਤ ਕੀਤਾ ਕਿ ਉਹ ਖੰਭ ਅਨੂਠਾ ਹੋਵੇ। ਉਹਨੇ ਉਸੇ ਖੰਭ ਤੇ ਕੁਝ ਖਾਸ ਨਿਸ਼ਾਨੀਆਂ ਦੀ ਕਲਪਨਾ ਵੀ ਕੀਤੀ ਤਾਂ ਜੋ ਉਸ ਖੰਭ ਦੇ ਦਿਸਦਿਆਂ ਉਹ ਬਗੈਰ ਕਿਸੇ ਸ਼ੱਕ ਦੇ ਜਾਣ ਜਾਏ ਕਿ ਉਹ ਆਕਰਸ਼ਣ ਦੇ ਨਿਯਮ ਕਾਰਨ ਹੀ ਉਸ ਤੱਕ ਪੁੱਜਿਆ। 2 ਦਿਨਾਂ ਬਾਅਦ ਉਹ ਨਿਊਯਾਰਕ ਸਿਟੀ 'ਚ ਇੱਕ ਉੱਚੀ ਇਮਾਰਤ ਅੰਦਰ ਪੈਦਲ ਜਾ ਰਿਹਾ ਸੀ। ਉਹਨੇ ਕਿਹਾ ਕਿ ਅੰਦਰ ਵੜਨ ਸਮੇਂ ਉਹਨੇ ਐਵੇਂ ਥੱਲੇ ਦੇਖਿਆ। ਉੱਥੇ ਉਹਦੇ ਪੈਰਾਂ ਕੋਲ ਉਹ ਖੰਭ ਪਿਆ ਸੀ। ਨਿਊਯਾਰਕ ਸਿਟੀ 'ਚ ਉੱਚੀ ਇਮਾਰਤ ਦੇ ਗੇਟ ਤੇ ਖੰਭ ਉਹ ਵੀ ਕੋਈ ਇੱਦਾਂ ਉੱਦਾਂ ਦਾ ਖੰਭ ਨਹੀਂ, ਬਲਕਿ ਠੀਕ ਉਹੀ ਖੰਭ ਜਿਹਦੀ ਉਹਨੇ ਕਲਪਨਾ ਕੀਤੀ ਸੀ। ਇਹ ਉਹਦੀ ਕਲਪਨਾ ਦੀ ਤਸਵੀਰ ਦੇ ਮੁਤਾਬਕ ਠੀਕ ਸੀ ਤੇ ਇਸ ਤੇ ਉਹ ਸਾਰੇ ਨਿਸ਼ਾਨ ਮੌਜੂਦ ਸਨ। ਉਸ ਵੇਲੇ ਉਹ ਬਿਨਾਂ ਕਿਸੇ ਸ਼ੱਕ ਦੇ ਜਾਣ ਗਿਆ ਕਿ ਆਕਰਸ਼ਣ ਦਾ ਨਿਯਮ ਸੱਚਮੁੱਚ ਪ੍ਰਬਲਤਾ ਤੇ ਸਟੀਕਤਾ ਨਾਲ ਕੰਮ ਕਰਦਾ ਹੈ। ਉਹਨੂੰ ਆਪਣੀ ਹੈਰਾਨਕੁਨ ਸਮਰੱਥਾ ਤੇ ਸ਼ਕਤੀ ਦਾ ਅਹਿਸਾਸ ਹੋ ਗਿਆ ਕਿ ਉਹ ਆਪਣੇ ਮਸਤਿਸ਼ਕ ਦੀ ਸ਼ਕਤੀ ਨਾਲ ਕਿਸੇ ਵੀ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਪੂਰੇ ਵਿਸ਼ਵਾਸ ਨਾਲ ਹੁਣ ਉਹ ਜ਼ਿਆਦਾ ਵੱਡੀਆਂ ਚੀਜ਼ਾਂ ਨੂੰ ਪਾਉਣ ਵੱਲ ਵੱਧ ਗਿਆ। ਡੇਵਿਡ ਸਕਰਮਰ ਅਨੁਸਾਰ, ਜੋ ਨਿਵੇਸ਼ ਸਿੱਖਿਅਕ ਤੇ ਉਪਦੇਸ਼ਕ ਤੇ ਧਨ ਵਿਸ਼ੇਸ਼ਕ ਵੀ ਹਨ, ਲੋਕ ਇਸ ਗੱਲ ਤੇ ਹੈਰਾਨ ਹੁੰਦੇ ਹਨ ਕਿ ਮੈਨੂੰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਰਹੱਸ ਸਮਝਣ ਤੋਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਲਗਾਤਾਰ ਹੋ ਰਿਹਾ। ਮੈਂ ਪਾਰਕਿੰਗ ਦੀ ਆਪਣੀ ਮਨਚਾਹੀ ਥਾਂ ਦੀ ਕਲਪਨਾ ਕਰਦਾ ਤੇ 95% ਮੌਕਿਆਂ ਤੇ ਉਹ ਥਾਂ ਮੈਨੂੰ ਖਾਲੀ ਮਿਲਦੀ ਹੈ। ਮੈਂ ਸਿੱਧੇ ਆਪਣੀ ਕਾਰ ਅੰਦਰ ਲੈ ਜਾ ਕੇ ਖੜੀ ਕਰ ਦਿੰਦਾ। 5% ਮੌਕਿਆਂ ਤੇ ਮੈਨੂੰ 1-2 ਮਿੰਟ ਇੰਤਜ਼ਾਰ ਕਰਨਾ ਹੁੰਦਾ ਹੈ। ਫਿਰ ਉੱਥੋਂ ਦੀ ਕਾਰ ਬਾਹਰ ਨਿਕਲ ਜਾਂਦੀ ਹੈ ਤੇ ਮੈਂ ਆਪਣੀ ਕਾਰ ਖੜੀ ਕਰ ਦਿੰਦਾ ਤੇ ਇਸ ਤਰ੍ਹਾਂ ਹਰ ਵਾਰ ਹੁੰਦਾ ਹੈ। ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਨੂੰ ਪਾਰਕਿੰਗ ਦੀ ਥਾਂ ਹਮੇਸ਼ਾ ਮਿਲ ਜਾਂਦੀ ਹੈ। ਕਹਿਣ ਵਾਲੇ ਵਿਅਕਤੀ ਨੂੰ ਹਰ ਵਾਰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ? ਜਾਂ ਮੈਂ ਸੱਚਮੁੱਚ ਹੀ ਖੁਸ਼ਕਿਸਮਤ ਹਾਂ, ਮੈਂ ਹਰ ਵੇਲੇ ਜਿੱਤਦਾ? ਕਹਿਣ ਵਾਲਾ ਵਿਅਕਤੀ ਇੱਕ ਤੋਂ ਬਾਅਦ ਇੱਕ ਜਿੱਤ ਹਾਸਲ ਕਰਦਾ ਚਲਾ ਜਾਂਦਾ ਹੈ ਹਮੇਸ਼ਾ। ਇਹ ਲੋਕ ਇਸ ਦੀ ਆਸ ਕਰਦੇ ਹਨ। ਮਹਾਨ ਚੀਜ਼ਾਂ ਦੀ ਆਸ ਕਰੋ। ਇੰਜ ਕਰਨ ਨਾਲ ਤੁਸੀਂ ਆਪਣੇ ਜੀਵਨ ਦਾ ਸਿਰਜਣ ਆਪ ਕਰੋਗੇ। ਆਪਣੇ ਦਿਨ ਦੀ ਯੋਜਨਾ ਪਹਿਲਾਂ ਤੋਂ ਬਣਾਓ। ਆਕਰਸ਼ਣ ਦੇ ਨਿਯਮ ਦਾ ਪ੍ਰਯੋਗ ਕਰਕੇ ਤੁਸੀਂ ਆਪਣੇ ਪੂਰੇ ਜੀਵਨ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਸਕਦੇ ਹੋ, ਉਸ ਅਗਲੇ ਕੰਮ ਦੀ ਵੀ ਜਿਹੜਾ ਤੁਸੀਂ ਅੱਜ ਕਰਨ ਵਾਲੇ ਹੋ। ਪ੍ਰਿੰਟਿਸ ਮਲਫੋਰਡ ਇਹੋ ਜਿਹੇ ਟੀਚਰ ਹਨ ਜਿਨ੍ਹਾਂ ਦੀ ਲੇਖਣੀ 'ਚ ਆਕਰਸ਼ਣ ਦੇ ਨਿਯਮ ਤੇ ਇਸ ਦੇ ਪ੍ਰਯੋਗ ਬਾਰੇ ਬੜਾ ਗਿਆਨ ਭਰਿਆ ਪਿਆ। ਉਹਨਾਂ ਨੇ ਦਰਸਾਇਆ ਕਿ ਆਪਣੇ ਦਿਨ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੇਰੀ ਯਾਤਰਾ ਸੁਖਮਈ ਹੋਵੇਗੀ, ਤਾਂ ਤੁਸੀਂ ਦਰਅਸਲ ਜਾਣ ਤੋਂ ਪਹਿਲਾਂ ਅਜਿਹੀਆਂ ਸ਼ਕਤੀਆਂ ਤੇ ਤੱਤਾਂ ਨੂੰ ਭੇਜ ਰਹੇ ਹੋ ਜਿਹੜੇ ਸਥਿਤੀਆਂ ਨੂੰ ਇਸੇ ਤਰ੍ਹਾਂ ਵਿਵਸਥਿਤ ਕਰ ਦੇਣਗੇ ਤਾਂ ਕਿ ਤੁਹਾਡੀ ਯਾਤਰਾ ਸੁਖਮਈ ਹੋ ਜਾਏ। ਜਦੋਂ ਯਾਤਰਾ ਜਾਂ ਸ਼ਾਪਿੰਗ ਕਰਨ ਜਾਣ ਤੋਂ ਪਹਿਲਾਂ ਤੁਸੀਂ ਬੁਰੇ ਮੂਡ 'ਚ ਹੁੰਦੇ ਹੋ ਜਾਂ ਡਰੇ ਹੁੰਦੇ ਹੋ, ਤਾਂ ਤੁਸੀਂ ਅਦ੍ਰਿਸ਼ ਪ੍ਰਤੀਨਿਧ ਨੂੰ ਆਪਣੇ ਤੋਂ ਅੱਗੋਂ ਭੇਜ ਰਹੇ ਹੋ ਜਿਹੜੇ ਕਿਸੇ ਤਰ੍ਹਾਂ ਦੀ ਨਾਪਸੰਦ ਹਾਲਾਤ ਨੂੰ ਪੈਦਾ ਕਰ ਦੇਣਗੇ। ਸਾਡੇ ਵਿਚਾਰ ਜਾਂ ਦੂਜੇ ਸ਼ਬਦਾਂ 'ਚ ਸਾਡੀ ਮਾਨਸਿਕ ਅਵਸਥਾ ਹਮੇਸ਼ਾ ਪਹਿਲਾਂ ਤੋਂ ਹੀ ਚੰਗੀ ਜਾਂ ਮਾੜੀ ਚੀਜ਼ਾਂ ਨੂੰ ਉਤਪੰਨ ਕਰਨ ਦਾ ਕੰਮ ਕਰਦੀ ਰਹੇਗੀ। ਪ੍ਰਿੰਟਿਸ ਮਲਫੋਰਡ ਨੇ ਇਹ ਸ਼ਬਦ 1870 ਦੇ ਦਹਾਕੇ 'ਚ ਲਿਖੇ ਸੀ। ਕਿੰਨੀ ਕ੍ਰਾਂਤੀਕਾਰੀ ਸੋਚ ਸੀ, ਤੁਸੀਂ ਸਪਸ਼ਟਤਾ ਨਾਲ ਵੇਖ ਸਕਦੇ ਹੋ ਕਿ ਹਰ ਦਿਨ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ। ਬੇਸ਼ੱਕ ਤੁਹਾਨੂੰ ਪਹਿਲਾਂ ਤੋਂ ਆਪਣੇ ਦਿਨ ਬਾਰੇ ਸੋਚਣਾ ਜਾਂ ਪੁੱਠਾ ਜਾਂ ਪ੍ਰਤੀਕਿਰਿਆ ਅਨੁਭਵ ਹੋਇਆ ਹੋਵੇਗਾ ਤੇ ਉਹਦਾ ਨਤੀਜਾ ਜਲਦਬਾਜ਼ੀ ਤੇ ਹੜਬੜੀ ਹੈ। ਜੇ ਤੁਸੀਂ ਛੇਤੀ ਤੇ ਕਾਹਲੀ 'ਚ ਹੋ ਤਾਂ ਜਾਣ ਲਓ ਕਿ ਇਹ ਵਿਚਾਰ ਤੇ ਕਾਰਜ ਦੇਰ ਹੋਣ ਦਾ ਡਰ ਤੇ ਆਧਾਰਿਤ ਹੈ। ਤੁਸੀਂ ਭਵਿੱਖ 'ਚ ਆਪਣੇ ਲਈ ਮਾੜੀਆਂ ਚੀਜ਼ਾਂ ਉਤਪੰਨ ਕਰ ਰਹੇ ਹੋ। ਜਦੋਂ ਤੁਸੀਂ ਜਲਦਬਾਜ਼ੀ ਜਾਰੀ ਰੱਖਦੇ ਹੋ ਤਾਂ ਤੁਸੀਂ ਆਪਣੇ ਰਾਹ 'ਚ ਇੱਕ ਤੋਂ ਬਾਅਦ ਦੂਜੀ ਮਾੜੀ ਚੀਜ਼ ਨੂੰ ਆਕਰਸ਼ਿਤ ਕਰੋਗੇ। ਇਸ ਤੋਂ ਇਲਾਵਾ ਆਕਰਸ਼ਣ ਦਾ ਨਿਯਮ ਭਵਿੱਖ 'ਚ ਇਹੋ ਜਿਹੇ ਹਾਲਾਤ ਉਤਪੰਨ ਕਰ ਦੇਵੇਗਾ ਜਿਨ੍ਹਾਂ ਨਾਲ ਤੁਹਾਡੀ ਛੇਤੀ ਕਾਹਲੀ ਹੋਰ ਜ਼ਿਆਦਾ ਵੱਧ ਜਾਏਗੀ। ਤੁਹਾਨੂੰ ਰੁਕ ਕੇ
ਉਸ ਰਿਫਿਊਜੀ ਕੈਂਪ ਨੂੰ ਦੂਰ ਕੱਢ ਦੇਣਾ ਪਏਗਾ। ਜੇ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਪਣੇ ਕੋਲ ਨਹੀਂ ਬੁਲਾਉਣਾ ਚਾਹੁੰਦੇ ਤਾਂ ਕੁਝ ਸਮਾਂ ਕੱਢ ਲਓ ਤੇ ਆਪਣੇ ਆਪ ਨੂੰ ਬਦਲ ਦਿਓ। ਕਈ ਲੋਕ, ਖਾਸ ਕਰਕੇ ਪੱਛਮੀ ਸਮਾਜ ਦੇ ਲੋਕ, ਸਮੇਂ ਦੇ ਪਿੱਛੇ ਦੌੜਦੇ ਆ, ਸ਼ਿਕਾਇਤ ਕਰਦੇ ਆ ਕਿ ਉਹਨਾਂ ਕੋਲ ਬਥੇਰਾ ਸਮਾਂ ਨਹੀਂ ਰਹਿੰਦਾ। ਦੇਖੋ, ਜੇ ਕੋਈ ਕਹਿੰਦਾ ਹੈ ਕਿ ਉਹਨਾਂ ਦੇ ਕੋਲ ਬਥੇਰਾ ਸਮਾਂ ਨਹੀਂ ਹੈ ਤੇ ਇਹ ਆਕਰਸ਼ਣ ਦੇ ਨਿਯਮ ਕਾਰਨ ਹੀ ਹੁੰਦਾ ਹੈ। ਜੇ ਤੁਸੀਂ ਬਥੇਰਾ ਸਮਾਂ ਨਾ ਹੋਣ ਦੇ ਵਿਚਾਰਾਂ ਨਾਲ ਗੋਲ-ਗੋਲ ਘੁੰਮੀ ਜਾ ਰਹੇ ਹੋ ਤਾਂ ਭਵਿੱਖ 'ਚ ਦ੍ਰਿੜਤਾ ਨਾਲ ਐਲਾਨ ਕਰੋ, ਮੇਰੇ ਕੋਲ ਬਥੇਰੇ ਤੋਂ ਵੀ ਜ਼ਿਆਦਾ ਸਮਾਂ ਹੈ। ਇਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਬਦਲ ਲਓਗੇ। ਤੁਸੀਂ ਇੰਤਜ਼ਾਰ ਕਰਨ ਦੇ ਸਮੇਂ ਦਾ ਉਪਯੋਗ ਕਰਕੇ ਉਹਨੂੰ ਸਾਰਥਿਕ ਬਣਾ ਸਕਦੇ ਹੋ। ਤੁਸੀਂ ਉਸ ਨੂੰ ਆਪਣੇ ਭਾਵੀ ਜੀਵਨ ਦਾ ਨਿਰਮਾਣ ਕਰਨ ਵਾਲੇ ਸਸ਼ਕਤ ਸਮੇਂ 'ਚ ਬਦਲੀ ਕਰ ਸਕਦੇ ਹੋ। ਅਗਲੀ ਵਾਰ ਜਦੋਂ ਤੁਸੀਂ ਕਿਸੇ ਦਾ ਇੰਤਜ਼ਾਰ ਕਰੋ ਤਾਂ ਉਸ ਖਾਲੀ ਸਮੇਂ ਦਾ ਲਾਹਾ ਚੁੱਕ ਕੇ ਆਪਣੀ ਸਾਰੀਆਂ ਮਨਚਾਹੀਆਂ ਚੀਜ਼ਾਂ ਨੂੰ ਪਾਉਣ ਦੀ ਕਲਪਨਾ 'ਚ ਜੁਟ ਜਾਓ। ਤੁਸੀਂ ਇਹ ਕੰਮ ਹੋਰ ਥਾਂ ਕਰ ਲਿਆ, ਸਮੇਂ ਸਿਰ, ਹਰ ਸਮੇਂ ਕਰ ਸਕਦੇ ਹੋ। ਤੁਸੀਂ ਇਹ ਕੰਮ ਹਰ ਥਾਂ, ਹਰ ਸਮੇਂ ਕਰ ਸਕਦੇ ਹੋ। ਜੀਵਨ ਦੀ ਹਰ ਸਥਿਤੀ ਨੂੰ ਸਕਾਰਾਤਮਕ ਸਥਿਤੀ 'ਚ ਬਦਲ ਲਓ। ਜ਼ਿੰਦਗੀ ਦੀ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚੋ। ਸੋਚ ਕੇ ਸਕਾਰਾਤਮਕ ਨਤੀਜੇ ਦੀ ਕਲਪਨਾ ਕਰਨ ਦੀ ਆਦਤ ਪਾ ਲਓ। ਆਪਣੇ ਹਰ ਕੰਮ ਤੇ ਆਪਣੇ ਹਰ ਯਾਤਰਾ 'ਚ ਬ੍ਰਹਿਮੰਡ ਦੀ ਸ਼ਕਤੀਆਂ ਨੂੰ ਆਪਣੇ ਤੋਂ ਅੱਗੇ ਭੇਜੋ। ਸੋਚ ਲਓ ਤੁਸੀਂ ਕਿਹੋ ਜਿਹੇ ਨਤੀਜੇ ਚਾਹੁੰਦੇ ਹੋ। ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਤੁਸੀਂ ਆਪਣੀ ਇੱਛਾ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਲਓਗੇ। ਸੰਖੇਪ 'ਚ ਅਗਰ ਦੱਸੀਏ, ਜਿਹੜਾ ਅਸੀਂ ਇਸ ਪਾਠ 'ਚ ਪੜ੍ਹਿਆ ਹੈ ਉਹ ਹੈ, ਪਹਿਲਾ, ਅਲਾਦੀਨ ਦੇ ਜਿੰਨ ਵਾਂਗ ਹੀ ਆਕਰਸ਼ਣ ਦਾ ਨਿਯਮ ਵੀ ਸਾਡੇ ਹਰ ਆਦੇਸ਼ ਦਾ ਪਾਲਣ ਕਰਦਾ ਹੈ। ਦੂਸਰਾ, ਸਿਰਜਣਾਤਮਕ ਪ੍ਰਕਿਰਿਆ ਤੁਹਾਡੀ ਮਨਚਾਹੀ ਚੀਜ਼ ਨੂੰ ਪਾਉਣ 'ਚ ਤੁਹਾਡੀ ਮਦਦ ਕਰਦੀ ਹੈ। ਇਸ ਦੇ 3 ਸੌਖੇ ਕਦਮ ਹਨ: ਮੰਗ, ਯਕੀਨ ਤੇ ਪ੍ਰਾਪਤ ਕਰਨਾ। ਤੀਸਰਾ, ਬ੍ਰਹਿਮੰਡ ਤੋਂ ਆਪਣੀ ਮਨਚਾਹੀ ਚੀਜ਼ ਮੰਗਣ ਦਾ ਮਤਲਬ ਇਸ ਬਾਰੇ 'ਚ ਸਪਸ਼ਟ ਹੋਣਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜੇ ਤੁਹਾਡੇ ਦਿਮਾਗ 'ਚ ਸਪਸ਼ਟ ਤਸਵੀਰ ਹੈ ਤਾਂ ਤੁਸੀਂ ਮੰਗ ਲਿਆ। ਚੌਥਾ, ਯਕੀਨ ਰੱਖਣ 'ਚ ਇਸ ਤਰ੍ਹਾਂ ਕੰਮ ਕਰਨਾ, ਬੋਲਣਾ ਤੇ ਸੋਚਣਾ ਸ਼ਾਮਲ ਹੈ ਜਿਵੇਂ ਤੁਹਾਨੂੰ ਮੰਗੀ ਹੋਈ ਚੀਜ਼ ਮਿਲ ਚੁੱਕੀ ਹੈ। ਜਦੋਂ ਤੁਸੀਂ ਇਹਨੂੰ ਪਾ ਲੈਣ ਦੀ ਫ੍ਰੀਕੁਐਂਸੀ ਭੇਜਦੇ ਹੋ ਤਾਂ ਆਕਰਸ਼ਣ ਦਾ ਨਿਯਮ ਲੋਕਾਂ, ਘਟਨਾਵਾਂ ਤੇ ਪ੍ਰਸਥਿਤੀਆਂ ਨੂੰ ਅਨੁਕੂਲ ਬਣਾ ਦਿੰਦਾ ਹੈ। ਪੰਜਵਾਂ, ਪਾਉਣ ਦਾ ਮਤਲਬ ਉਸੇ ਤਰ੍ਹਾਂ ਮਹਿਸੂਸ ਕਰਨਾ ਜਿਵੇਂ ਤੁਸੀਂ ਇੱਛਾ ਪੂਰੀ ਹੋਣ ਤੋਂ ਬਾਅਦ ਮਹਿਸੂਸ ਕਰੋਗੇ। ਹੁਣੇ ਚੰਗਾ ਮਹਿਸੂਸ ਕਰਕੇ ਤੁਸੀਂ ਮਨਚਾਹੀ ਚੀਜ਼ ਦੀ ਫ੍ਰੀਕੁਐਂਸੀ ਤੇ ਪੁੱਜ ਜਾਂਦੇ ਹੋ। ਛੇਵਾਂ, ਭਾਰ ਘੱਟ ਕਰਨ ਲਈ ਭਾਰ ਘੱਟ ਕਰਨ ਉੱਤੇ ਧਿਆਨ ਕੇਂਦਰਿਤ ਨਾ ਕਰੋ। ਇਸ ਦੀ ਬਜਾਏ ਆਪਣੇ ਉੱਤਮ ਭਾਰ ਤੇ ਧਿਆਨ ਕੇਂਦਰਿਤ ਕਰੋ। ਆਪਣੇ ਉੱਤਮ ਭਾਰ ਦੀਆਂ ਤਸਵੀਰਾਂ ਮਹਿਸੂਸ ਕਰੋਗੇ ਤਾਂ ਤੁਸੀਂ ਇਹਨੂੰ ਸੱਦਾ ਦੇ ਕੇ ਆਪਣੇ ਵੱਲ ਆਕਰਸ਼ਿਤ ਕਰ ਲਓਗੇ। ਸੱਤਵਾਂ, ਬ੍ਰਹਿਮੰਡ ਨੂੰ ਤੁਹਾਡੀ ਇੱਛਾ ਪੂਰੀ ਕਰਨ 'ਚ ਥੋੜਾ ਵੀ ਸਮਾਂ ਨਹੀਂ ਲੱਗਦਾ। ਇਸ ਲਈ $1 ਪ੍ਰਗਟ ਕਰਨਾ ਵੀ ਓਨਾ ਹੀ ਸੌਖਾ ਹੈ ਜਿੰਨਾ ਕਿ $10 ਲੱਖ। ਅੱਠਵਾਂ, ਆਕਰਸ਼ਣ ਦੇ ਨਿਯਮ ਦੀ ਸ਼ਕਤੀ ਨੂੰ ਮਹਿਸੂਸ ਕਰਨ ਦਾ ਸੌਖਾ ਤਰੀਕਾ ਇਹ ਹੈ ਕਿ 1 ਕੱਪ ਕੌਫੀ ਜਾਂ ਪਾਰਕਿੰਗ ਦੀ ਜਗ੍ਹਾ ਵਰਗੀ ਕਿਸੇ ਛੋਟੀ ਚੀਜ਼ ਨਾਲ ਸ਼ੁਰੂਆਤ ਕਰੋ। ਕਿਸੇ ਛੋਟੀ ਚੀਜ਼ ਨੂੰ ਆਕਰਸ਼ਿਤ ਕਰਨ ਦਾ ਇਰਾਦਾ ਰੱਖੋ। ਜਦੋਂ ਤੁਸੀਂ ਆਕਰਸ਼ਣ ਦੀ ਸ਼ਕਤੀ ਨੂੰ ਜਾਣ ਲਓਗੇ ਤਾਂ ਤੁਸੀਂ ਵੱਡੀਆਂ ਚੀਜ਼ਾਂ ਉਤਪੰਨ ਕਰਨ ਲੱਗ ਜਾਓਗੇ। 9ਵਾਂ, ਹਰ ਦਿਨ ਬਾਰੇ ਪਹਿਲਾਂ ਤੋਂ ਸੋਚ ਲਓ ਕਿ ਤੁਸੀਂ ਉਹਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਹੋ। ਇਸ ਤਰ੍ਹਾਂ ਤੁਸੀਂ ਮਨ ਚਾਹੇ ਢੰਗ ਨਾਲ ਆਪਣੇ ਜੀਵਨ ਦਾ ਨਿਰਮਾਣ ਕਰਨ ਲੱਗੋਗੇ। ਧੰਨਵਾਦ।